ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਸਾਡਾ ਬੇहद ਖਾਸ ਸ਼ੋਅ ਵੀਜ਼ਾ ਲਾਈਵ। ਸੋ ਅੱਜ ਡਿਸਕਸ਼ਨ ਕਰਾਂਗੇ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ। ਸੋ ਖਾਸ ਮਹਿਮਾਨ ਮੇਰੇ ਨਾਲ ਜੁੜੇ ਨੇ ਯੂਐਲਓ ਐਜੂਕੇਸ਼ਨ ਤੋਂ। ਸੋ ਮੇਰੇ ਨਾਲ ਨੇ ਦਸਪੀਕਰ ਸਿੰਘ ਸਰ, ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮੈਨੂੰ ਇਸ ਪ੍ਰੋਗਰਾਮ ਤੇ ਮੌਕਾ ਦੇਣ ਲਈ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਕਾਲ ਤੁਸੀਂ ਹਰ ਰੋਜ਼ ਦੀ ਤਰ੍ਹਾਂ ਸਾਨੂੰ ਅੱਜ ਵੀ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਅਸੀਂ ਜਵਾਬ ਹਰ ਰੋਜ਼ ਹੀ ਦਿੰਦੇ ਹਾਂ, ਅੱਜ ਵੀ ਦੇਵਾਂਗੇ, ਲੇਕਿਨ ਅੱਜ ਸ਼ੋਅ ਤੋਂ ਬਾਅਦ ਜਵਾਬ ਜ਼ਿਆਦਾ ਦੇਣ ਦੀ ਸਾਡੀ ਜਿਹੜੀ ਕੋਸ਼ਿਸ਼ ਆ ਉਹ ਰਹਿਣ ਵਾਲੀ ਹੈ, ਕਿਉਂਕਿ ਯੂਐਲਓ ਐਜੂਕੇਸ਼ਨ ਜਦੋਂ ਵੀ ਤੁਸੀਂ ਮੈਨੂੰ ਲੱਗਦਾ ਹੁਣ ਤਾਂ ਗੂਗਲ ਦੇ ਉੱਤੇ ਵੀ ਸਰਚ ਹੋਣ ਲੱਗ ਗਿਆ, ਹੁਣੇ ਤੁਸੀਂ ਸਰਚ ਵੀ ਕਰ ਸਕਦੇ ਹੋ ਕਿ ਫੇਸਬੁੱਕ ਦੇ ਉੱਤੇ, ਯੂਟਿਊਬ ਤੇ ਅਕਸਰ ਤੁਹਾਡੇ ਸਾਹਮਣੇ ਵੀਡੀਓਜ਼ ਆਉਂਦੀਆਂ ਹੋਣਗੀਆਂ, ਤੁਸੀਂ ਸਰ ਹੁਣਾਂ ਦੇ ਰੂਬਰੂ ਹੁੰਦੇ ਹੋਵੋਗੇ। ਸੋ ਖਾਸ ਆਰਗੇਨਾਈਜੇਸ਼ਨ ਹੈ, ਜ਼ਰੂਰਤਮੰਦ ਵਿਦਿਆਰਥੀ ਜਿਹੜੇ ਨੇ ਉਹਨਾਂ ਦੀ ਹੈਲਪ ਹੁੰਦੀ ਹੈ। ਜ਼ਰੂਰਤਮੰਦ ਵਿਦਿਆਰਥੀ ਕਿਹਨਾਂ ਨੂੰ ਕਾਊਂਟ ਕਰਦੇ ਨੇ, ਇਸ ਦੇ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ। ਇਸ ਤੋਂ ਇਲਾਵਾ ਜਦੋਂ ਕਿਸੇ ਵੀ ਸਟੂਡੈਂਟ ਨੇ ਇੰਟਰਨੈਸ਼ਨਲ ਸਟੱਡੀ ਕਰਨੀ ਹੈ ਤਾਂ ਉਹਨੂੰ ਆਇਲਸ ਦਾ ਐਗਜ਼ਾਮ ਜਿਹੜਾ ਉਹ ਕ੍ਰੈਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤਾਂ ਸਟੂਡੈਂਟਸ ਨਾਲ ਜਦੋਂ ਵੀ ਰਾਬਤਾ ਕਰਦੇ ਆ, ਸਭ ਤੋਂ ਵੱਡੀ ਪ੍ਰੋਬਲਮ ਬੱਚੇ ਨੂੰ ਕੀ ਆਉਂਦੀ ਹੈ ਕਿ ਉਹਨੂੰ ਪਹਿਲਾਂ ਫੀਸ ਦੇਣੀ ਪੈਂਦੀ ਹੈ। ਉਹਨੂੰ ਪਹਿਲਾਂ ਇਨਵਾਇਰਨਮੈਂਟ ਇੰਨਾ ਫਰੈਂਡਲੀ ਦਿੱਤਾ ਜਾਂਦਾ ਹੈ 3 ਦਿਨ ਦਾ ਡੈਮੋ ਦੇ ਕੇ, ਲੇਕਿਨ ਉਸ ਤੋਂ ਬਾਅਦ ਜਦੋਂ ਤਾਂ ਉਹਦੀ ਫੀਸ ਚੰਗੀ ਮੋਟੀ ਰੱਖ ਲੈਂਦੇ ਨੇ, ਦੈਨ ਫਿਰ ਕੁਝ ਹੋਰ ਹੀ ਸਾਹਮਣੇ ਆਉਂਦਾ। ਬੱਚਾ ਇੱਧਰ ਉੱਧਰ ਭਟਕਦਾ ਹੈ। ਮੈਨੂੰ ਲੱਗਦਾ ਜ਼ਿਆਦਾ ਨਹੀਂ ਤਾਂ ਲੱਖ ਤੋਂ 1.5 ਲੱਖ ਰੁਪਇਆ ਸਟੂਡੈਂਟ ਦਾ ਇਸੇ ਮਸਲੇ 'ਚ ਖਰਾਬ ਹੋ ਜਾਂਦਾ। ਤੁਸੀਂ ਦੇਖ ਰਹੇ ਹੋ ਯੂਐਲਓ ਜਿਹੜਾ ਆ ਕੁਝ ਡਿਫਰੈਂਟ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ। ਸਭ ਤੋਂ ਪਹਿਲਾਂ ਇਸੇ ਤੋਂ ਸ਼ੁਰੂਆਤ ਕਰਨਾ। ਪਹਿਲਾਂ ਤਾਂ ਯੂਐਲਓ ਬਾਰੇ ਥੋੜੀ ਜਿਹੀ ਜਾਣਕਾਰੀ ਲੈਣਾ ਚਾਹੂੰਗੀ ਕਿ ਕਦੋਂ ਮੁੱਢ ਬਣਿਆ, ਕਦੋਂ ਸ਼ੁਰੂ ਹੋਇਆ, ਔਰ ਤੁਹਾਡੇ ਕੀ ਫਿਊਚਰ ਪਰਸਪੈਕਟਿਵ ਕੀ ਨੇ, ਕਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਸ਼ੁਰੂ ਕੀਤਾ। ਜੀ ਮਨਦੀਪ ਜੀ, ਯੂਐਲਓ ਯੂਨੀਵਰਸਲ ਲਿਟਰੇਰੀ ਓਰੇਕਲ ਪਿੰਡ ਕੜਿਆਲ 2018 ਤੋਂ ਸਟਾਰਟ ਕੀਤੀ। ਮੇਰੇ ਗ੍ਰੈਂਡਫਾਦਰ ਸਰਦਾਰ ਗੁਰਦੇਵ ਸਿੰਘ ਬੀਏ, ਮੇਰੇ ਅੰਕਲ ਸਰਦਾਰ ਬਲਜਿੰਦਰ ਸਿੰਘ ਜੀ ਹੰਸਰਾ ਯੂਕੇ ਤੋਂ, ਉਹਨਾਂ ਦੇ ਸਾਥ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਆਰਗੇਨਾਈਜੇਸ਼ਨ ਨੂੰ ਸਟਾਰਟ ਕੀਤਾ 2018 ਦੇ ਵਿੱਚ। ਇਹ ਉਹ ਆਰਗੇਨਾਈਜੇਸ਼ਨ ਹੈ ਜਿਹਦਾ ਮਕਸਦ ਹੈ ਰੁਜ਼ਗਾਰ ਪੈਦਾ ਕਰਨਾ। ਅਸੀਂ ਰੁਜ਼ਗਾਰ ਪੈਦਾ ਕਰਦੇ ਹਾਂ, ਫੰਡ ਰੇਜ਼ ਕਰਦੇ ਹਾਂ ਆਪਣੀਆਂ ਰਨਿੰਗ ਕੰਪਨੀਜ਼ ਤੋਂ, ਚਾਹੇ ਉਹ ਆਇਲਸ ਦਾ ਬਿਜ਼ਨਸ ਹੋਵੇ, ਚਾਹੇ ਉਹ ਇਮੀਗ੍ਰੇਸ਼ਨ ਦਾ ਬਿਜ਼ਨਸ ਹੋਵੇ, ਚਾਹੇ ਉਹ ਡਿਜੀਟਲ ਮਾਰਕੀਟਿੰਗ ਦਾ ਬਿਜ਼ਨਸ ਹੋਵੇ। ਅਸੀਂ ਆਪਣੇ ਬਿਜ਼ਨਸਿਸ ਤੋਂ ਫੰਡ ਰੇਜ਼ ਕਰਕੇ ਉਹਨਾਂ ਬੱਚਿਆਂ 'ਚ ਪੈਸਾ ਇਨਵੈਸਟ ਕਰਦੇ ਹਾਂ ਜਿਹੜੇ ਜ਼ਰੂਰਤਮੰਦ ਨੇ, ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ, ਜਿਹੜੇ ਆਪਣੇ ਬਿਜ਼ਨਸਿਸ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਲੀਗਲ ਇਨਫੋਰਮੇਸ਼ਨ ਨਹੀਂ ਹੈਗੀ, ਜਾਣਕਾਰੀ ਨਹੀਂ ਹੈਗੀ, ਉਹਨਾਂ ਲਈ ਅਸੀਂ ਮਿਹਨਤ ਕਰਦੇ ਹਾਂ ਅਤੇ ਉਹਨਾਂ ਲਈ ਕੰਮ ਕਰਦੇ ਹਾਂ। ਤਾਂ ਯੂਐਲਓ ਐਜੂਕੇਸ਼ਨ ਇੱਕ ਇਹੋ ਜਿਹੀ ਚੈਰੀਟੇਬਲ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਅਸੀਂ ਰੁਜ਼ਗਾਰ ਪੈਦਾ ਕਰਨ ਦੀ ਮਨਸਾ ਰੱਖਦੇ ਹਾਂ। ਅਸੀਂ ਕਹਿੰਦੇ ਇਹਨੂੰ ਰੁਜ਼ਗਾਰ ਲੰਗਰ, ਤਾਂ ਕਿ ਆਪਣੇ ਪੰਜਾਬ ਦੇ ਵਿੱਚ ਕਈ ਤਰੀਕਿਆਂ ਦੇ ਲੰਗਰ ਲੱਗ ਰਹੇ ਨੇ। ਪ੍ਰਸ਼ਾਦੇ ਦਾ ਲੰਗਰ ਲੱਗ ਰਿਹਾ ਹੈ, ਦਰਖਤਾਂ ਦਾ ਲੰਗਰ ਲੱਗ ਰਿਹਾ ਹੈ, ਕਿਤਾਬਾਂ ਦਾ ਲੰਗਰ ਲੱਗ ਰਿਹਾ ਹੈ। ਇੱਦਾਂ ਹੀ ਯੂਐਲਓ ਐਜੂਕੇਸ਼ਨ ਯੂਨੀਵਰਸਲ ਲਿਟਰੇਰੀ ਓਰੇਕਲ ਇਹ ਸੰਸਥਾ ਰੁਜ਼ਗਾਰ ਦਾ ਲੰਗਰ ਲਗਾਉਣਾ ਸ਼ੁਰੂ ਕਰ ਰਹੀ ਹੈ। ਸਾਡਾ ਮੋਟਿਵ ਰੁਜ਼ਗਾਰ ਪੈਦਾ ਕਰਨਾ, ਫੰਡ ਰੇਜ਼ ਕਰਕੇ ਉਹਨਾਂ ਬੱਚਿਆਂ 'ਚ ਇਨਵੈਸਟ ਕਰਨਾ ਜਿਹੜੇ ਟੈਲੈਂਟਡ ਨੇ, ਸਕਿਲਡ ਨੇ, ਤਾਂ ਕਿ ਅਸੀਂ ਉਹਨਾਂ ਨੂੰ ਚੰਗੀ ਰੋਟੀ ਪਾ ਸਕੀਏ। ਠੀਕ ਹੈ, ਰੁਜ਼ਗਾਰ ਪੈਦਾ ਕਰਨਾ, ਕਿਸ ਤਰੀਕੇ ਦਾ ਰੁਜ਼ਗਾਰ ਜਿਹੜਾ ਹੈ ਪ੍ਰੋਵਾਈਡ ਕਰਨ ਦਾ ਤੁਹਾਡਾ ਸੁਪਨਾ ਹੈਗਾ, ਜਾਂ ਹੁਣ ਤੱਕ ਕਿੱਦਾਂ ਦੇ ਆਫਰਸ ਤੁਸੀਂ ਸਟੂਡੈਂਟ ਨੂੰ ਦੇ ਚੁੱਕੇ ਹੋ? ਜੀ ਬਿਲਕੁਲ, ਰੁਜ਼ਗਾਰ ਪੈਦਾ ਕਰਨ ਦੀ ਜੇ ਆਪਾਂ ਗੱਲ ਕਰੀਏ, ਰੁਜ਼ਗਾਰ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ। ਅਸੀਂ ਕਹਿੰਦੇ ਹਾਂ ਬੱਚਾ ਸਾਡੇ ਕੋਲ ਆਵੇ, 1 ਸਾਲ ਸਾਡੇ ਕੋਲ ਕੰਮ ਕਰੇ, ਟ੍ਰੇਨਿੰਗ ਲਵੇ, ਅਤੇ ਉਸ ਟ੍ਰੇਨਿੰਗ ਤੋਂ ਬਾਅਦ ਉਹ ਬੱਚਾ ਕਿਸੇ ਵੀ ਬਿਜ਼ਨਸ 'ਚ ਆਪਣਾ ਕੰਮ ਕਰਨਾ ਚਾਹਵੇ, ਕੋਈ ਵੀ ਨਵਾਂ ਬਿਜ਼ਨਸ ਸਟਾਰਟ ਕਰਨਾ ਚਾਹਵੇ, ਉਹ ਸਾਡੇ ਨਾਲ ਯੂਐਲਓ ਐਜੂਕੇਸ਼ਨ ਦੇ ਨਾਮ ਤੇ, ਯੂਐਲਓ ਦੇ ਨਾਮ ਤੇ ਸਟਾਰਟ ਕਰ ਸਕਦਾ। ਉਹਦੀ 100% ਫੰਡਿੰਗ ਯੂਐਲਓ ਕਰੇਗੀ। ਉਹਨੂੰ ਟ੍ਰੇਨਿੰਗ ਬੱਚੇ ਨੂੰ ਸਾਰੀ ਅਸੀਂ ਦੇਵਾਂਗੇ। ਉਸ ਬੱਚੇ ਨੂੰ ਪ੍ਰੋਪਰ ਗਾਈਡੈਂਸ ਅਸੀਂ ਦੇਵਾਂਗੇ, ਲੀਗਲ ਇਨਫੋਰਮੇਸ਼ਨ ਅਸੀਂ ਦੇਵਾਂਗੇ, ਪ੍ਰੋਪਰ ਰਜਿਸਟ੍ਰੇਸ਼ਨ ਅਸੀਂ ਕਰਵਾ ਕੇ ਦੇਵਾਂਗੇ, ਤਾਂ ਕਿ ਉਸ ਬੱਚੇ ਨੂੰ ਪ੍ਰੋਬਲਮ ਨਾ ਆਵੇ। ਸਿਰਫ ਆਪਣੇ ਟੈਲੈਂਟ ਦੇ ਆਧਾਰ ਦੇ ਉੱਤੇ, ਆਪਣੇ ਗੁਣ ਦੇ ਆਧਾਰ ਦੇ ਉੱਤੇ ਉਹ ਆਪਣਾ ਰਜਿਸਟ੍ਰੇਸ਼ਨ ਕਰਾ ਸਕਦਾ ਔਰ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈਗਾ। ਬਿਲਕੁਲ ਜੀ, ਔਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੰਬਰ ਸਾਂਝੇ ਤੁਹਾਡੇ ਨਾਲ ਕਰ ਰਹੇ ਹਾਂ। ਅੱਜ ਕਾਲਸ ਨਹੀਂ ਲਵਾਂਗੇ। ਸ਼ੋਅ ਤੋਂ ਬਾਅਦ ਤੁਹਾਡੇ ਸਵਾਲ, ਜਿਹੜੇ ਵੀ ਸਟੱਡੀ ਵੀਜ਼ਾ ਨਾਲ ਜੁੜੇ ਸਵਾਲ ਰਹਿਣਗੇ, ਉਹਨਾਂ ਦੇ ਤੁਹਾਨੂੰ ਆਨਸਰ ਜ਼ਰੂਰ ਦਿੱਤੇ ਜਾਣਗੇ। ਹੁਣ ਆਇਲਸ ਵਾਲੇ ਕੁਐਸਚਨ ਤੇ ਹੀ ਆਪਾਂ ਆ ਜਾਂਦੇ ਹਾਂ। ਸੋ ਦਿੱਕਤ ਬਹੁਤ ਆ ਰਹੀ ਹੈ ਸਟੂਡੈਂਟ ਨੂੰ, ਉਹਦਾ ਤੁਹਾਡੇ ਕੋਲ ਕਿੱਦਾਂ ਸੋਲੂਸ਼ਨ ਹੈਗਾ? ਦੇਖੋ, ਸਟੂਡੈਂਟਸ ਨੂੰ ਕੀ ਦਿੱਕਤਾਂ ਆ ਰਹੀਆਂ ਨੇ, ਇਹਨਾਂ ਨੂੰ ਸਮਝਣ ਦੀ ਲੋੜ ਹੈ। ਸਟੂਡੈਂਟਸ ਕੀ ਕਰਦੇ ਆ, ਕਿਸੇ ਵੀ ਆਇਲਸ ਇੰਸਟੀਚਿਊਟ ਦੇ ਵਿੱਚ ਜਾਂਦੇ ਆ, ਉੱਥੇ ਆਪਣੀ ਫੀਸ ਪੇ ਕਰਦੇ ਆ ਅਤੇ ਆਪਣੀਆਂ ਕਲਾਸਿਸ ਨੂੰ ਸਟਾਰਟ ਕਰ ਦਿੰਦੇ ਆ। ਚਾਹੇ ਉਹ ਮੋਗਾ ਸ਼ਹਿਰ ਦੀ ਗੱਲ ਕਰਾਂ, ਚਾਹੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੀ ਗੱਲ ਕਰਾਂ, ਤਾਂ ਸਟੂਡੈਂਟਸ ਨੂੰ ਫੀਸ ਪਹਿਲਾਂ ਪੇ ਕਰਨੀ ਪੈਂਦੀ ਹੈ ਜਦੋਂ ਵੀ ਕਿਸੇ ਇੰਸਟੀਚਿਊਟ ਦੇ ਵਿੱਚ ਜਾਂਦੇ ਆ। ਜਾਂ ਅੱਜ ਕੱਲ੍ਹ ਬਹੁਤ ਸਾਰੇ ਇਹੋ ਜਿਹੇ ਇੰਸਟੀਚਿਊਟਸ ਵੀ ਆ ਗਏ ਨੇ ਜਿਹੜੇ ਕਹਿੰਦੇ ਨੇ ਕਿ ਜੇ ਤੁਹਾਡੇ ਬੈਂਡ ਨਹੀਂ ਆਉਂਦੇ ਸਾਡੇ ਕੋਲ ਪੜ੍ਹ ਕੇ, ਤਾਂ ਅਸੀਂ ਸਾਰੀ ਫੀਸ ਵਾਪਸ ਕਰ ਦਿਆਂਗੇ। ਠੀਕ ਹੈ, ਅਸੀਂ ਕਹਿੰਦੇ ਹਾਂ ਨਾ ਤਾਂ ਅਸੀਂ ਤੁਹਾਡੇ ਤੋਂ ਫੀਸ ਪਹਿਲਾਂ ਲਵਾਂਗੇ, ਨਾ ਅਸੀਂ ਲੈ ਕੇ ਉਹਨੂੰ ਵਾਪਸ ਕਰਾਂਗੇ। ਠੀਕ ਹੈ, ਵਾਪਸ ਕਰਨ ਦਾ ਕੋਈ ਮਤਲਬ ਬਣਦਾ ਹੀ ਨਹੀਂ। ਅਸੀਂ ਕਹਿੰਦੇ ਹਾਂ ਕਿ ਅਸੀਂ ਫੀਸ ਉਦੋਂ ਲਵਾਂਗੇ ਜਦੋਂ ਤੁਹਾਡੇ ਬੈਂਡ ਸਕੋਰ ਤੁਹਾਡੇ ਹੱਥ ਦੇ ਵਿੱਚ ਹੋਣਗੇ। ਅਸੀਂ ਉਦੋਂ ਤੁਹਾਡੇ ਤੋਂ ਆਪਣੀ ਮਿਹਨਤ ਦੀ ਫੀਸ, ਜਿਹੜੀ ਸਾਡੀ ਪੜ੍ਹਾਈ ਦੀ ਫੀਸ
ਹੈ, ਕੋਚਿੰਗ ਫੀਸ ਹੈ, ਟਿਊਸ਼ਨ ਫੀਸ ਹੈ, ਉਦੋਂ ਚਾਰਜ ਕਰਾਂਗੇ ਜਦੋਂ ਤੁਹਾਡੇ ਬੈਂਡ ਸਕੋਰ ਆ ਗਏ। ਤਾਂ ਇਹ ਬੜੀ ਇੱਕ ਵੱਡੀ ਦਿੱਕਤ ਹੈ ਮਨਦੀਪ ਜੀ। ਜੋ ਤੁਸੀਂ ਦੇਖੋਗੇ ਬੱਚਾ ਇਹ ਫੀਸ ਦੇ ਰਿਹਾ, ਉਹਨੂੰ ਡੈਮੋ ਦਿੱਤਾ ਗਿਆ 1-2 ਦਿਨ ਦਾ, ਤੇ ਉਹਨੂੰ ਬਹੁਤ ਵਧੀਆ ਲੱਗਿਆ, ਕਲਾਸ ਟੀਚਰ ਬੜਾ ਵਧੀਆ ਲੱਗਿਆ, ਪਰ ਉਸ ਤੋਂ ਬਾਅਦ ਜਦੋਂ ਉਸਨੇ ਫੀਸ ਪੇ ਕਰਤੀ, ਉਹਦੀ ਕਲਾਸ ਵੀ ਚੇਂਜ ਹੋ ਜਾਂਦੀ ਹੈ, ਉਹਦਾ ਟੀਚਰ ਵੀ ਚੇਂਜ ਹੋ ਜਾਂਦਾ, ਤੇ ਉਹਨੂੰ ਉਨੀ ਕੁਆਲਿਟੀ ਨਹੀਂ ਮਿਲਦੀ। ਤਾਂ ULO ਐਜੂਕੇਸ਼ਨ ਨੇ ਬੀੜਾ ਚੁੱਕਿਆ ਕਿ ਅਸੀਂ ਜਿਹੜਾ ਡੈਮੋ ਦਵਾਂਗੇ, ਬਿਲਕੁਲ ਦਵਾਂਗੇ, ਉਹ ਡੈਮੋ ਉਸੇ ਕਲਾਸ ਦੇ ਵਿੱਚ ਦਵਾਂਗੇ ਜਿਹੜੀ ਕਲਾਸ ਤੁਹਾਡੀ ਅਸਲ 'ਚ ਲੱਗਣੀ ਹੈ। ਜੇ ਤੁਸੀਂ ਰੈਗੂਲਰ ਐਡਮਿਸ਼ਨ ਵੀ ਕਰਦੇ ਹੋ, ਫੀਸ ਪੇ ਕਰਕੇ ਵੀ ਐਡਮਿਸ਼ਨ ਲੈਂਦੇ ਹੋ ULO ਦੇ ਵਿੱਚ, ਤਾਂ ਤੁਸੀਂ ਉੱਥੇ ਹੀ ਡੈਮੋ ਅਟੈਂਡ ਕਰੋਗੇ ਜਿੱਥੇ ਤੁਸੀਂ ਅਸਲ ਦੇ ਵਿੱਚ ਫੀਸ ਭਰ ਕੇ ਵੀ ਬੈਠਣਾ, ਉਸੇ ਟੀਚਰ ਕੋਲ ਤੁਸੀਂ ਡੈਮੋ ਦੇ ਵਿੱਚ ਵੀ ਪੜ੍ਹਾਈ ਕਰੋਗੇ। ਇਹ ਸਾਡਾ ਵਾਅਦਾ ਹੈ। ਤੇ ਜਿਹੜੀ ਫੀਸ ਬੈਂਡ ਆਉਣ ਤੋਂ ਬਾਅਦ ਦਾ ਪਲਾਨ ਹੈ, ਉਹ ਬੱਚੇ ਪੈਕੇਜ ਲੈ ਸਕਦੇ ਨੇ। ਉਹ ਬੱਚਿਆਂ ਨੇ ਫੀਸ ਉਦੋਂ ਪੇ ਕਰਨੀ ਹੈ ਜਦੋਂ ਉਹਨਾਂ ਦੇ ਬੈਂਡ ਸਕੋਰ ਆ ਜਾਣਗੇ। ਉਸ ਤੋਂ ਪਹਿਲਾਂ ਕੋਈ ਵੀ ਕੋਚਿੰਗ ਫੀਸ, ਕੋਈ ਵੀ ਟਿਊਸ਼ਨ ਫੀਸ ਉਹਨਾਂ ਨੇ ਪੜ੍ਹਾਈ ਦੀ ਸਾਡੇ ਇੰਸਟੀਚਿਊਟ ਵਿੱਚ ਨਹੀਂ। ਪਰ ਬੱਚੇ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਮੈਂ ਕਹਾਂ ਸਟੇਟ ਬੋਰਡ ਤੋਂ ਜਿਨ੍ਹਾਂ ਦੀ ਐਜੂਕੇਸ਼ਨ ਹੈ, ਤਾਂ ਉਹਨਾਂ ਦਾ ਇੰਗਲਿਸ਼ ਦਾ ਮਿਆਰ ਥੋੜਾ ਜਿਹਾ ਬਾਕੀ CBSE ICSE ਨਾਲੋਂ ਨਾ ਥੋੜਾ ਡਾਊਨ ਹੁੰਦਾ ਵਿਦਿਆਰਥੀਆਂ ਦਾ ਮਿਆਰ। ਤਾਂ 6 ਮਹੀਨੇ ਲੱਗ ਜਾਣਗੇ, ਸਾਲ ਵੀ ਲੱਗ ਜਾਂਦਾ ਬੱਚਿਆਂ ਨੂੰ। ਇੰਨਾ ਟਾਈਮ ਕੋਆਪਰੇਟ ਕਰ ਲਓਗੇ ਤੁਸੀਂ? ਬਿਲਕੁਲ ਕੋਈ ਦਿੱਕਤ ਨਹੀਂ ਹੈ। ਅਸੀਂ ਜਦੋਂ ਵੀ ਕਿਸੇ ਬੱਚੇ ਦੀ ਐਡਮਿਸ਼ਨ ਕਰਦੇ ਹਾਂ, ਉਹਨੂੰ ਪ੍ਰੋਪਰਲੀ ਦੱਸੀਦਾ ਕਿ ਬਈ ਤੇਰੇ ਇੰਨਾ ਟਾਈਮ ਤੈਨੂੰ ਲੱਗਣਾ, ਘੱਟੋ ਘੱਟ ਵੱਧ ਤੋਂ ਵੱਧ। ਹੁਣ ਉਹ ਬੱਚੇ ਦੀ ਕੈਪੇਬਿਲਿਟੀ ਹੈ ਕਿ ਉਹ ਬੱਚਾ ਕਿੰਨੀ ਮਿਹਨਤ ਕਰਦਾ ਹੈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੀ ਘੱਟ ਤੋਂ ਘੱਟ ਸਮਾਂ ਲੱਗੇ, ਜ਼ਰੂਰ ਬੱਚੇ ਦਾ ਟਾਈਮ ਬਚਾਇਆ ਜਾਵੇ, ਬੱਚੇ ਦਾ ਪੈਸਾ ਬਚਾਇਆ ਜਾਵੇ। ਪਰ ਫਿਰ ਵੀ ਜੇ ਬੱਚੇ ਦਾ ਟਾਈਮ ਜ਼ਿਆਦਾ ਲੱਗ ਰਿਹਾ, 6 ਮਹੀਨੇ ਲੱਗ ਰਹੇ ਆ, 7 ਮਹੀਨੇ ਲੱਗ ਰਹੇ ਆ, 8 ਮਹੀਨੇ ਲੱਗ ਰਹੇ ਆ, ਤਾਂ ਅਸੀਂ ਉਹਦੇ ਲਈ ਵੀ ਬਿਲਕੁਲ ਪ੍ਰੀਪੇਅਰਡ ਆ। ਸਾਨੂੰ ਕੋਈ ਵੀ ਦਿੱਕਤ ਨਹੀਂ। ਬੱਚੇ ਨੂੰ ਜਿੰਨਾ ਵੀ ਟਾਈਮ ਚਾਹੀਦਾ ਅਸੀਂ ਦੇਵਾਂਗੇ। ਅਸੀਂ ਉਹਨੂੰ ਕਾਹਲੀ ਨਹੀਂ ਕਰਾਂਗੇ, ਨਾ ਉਹਨੂੰ ਫਾਲਤੂ ਦਾ ਉੱਥੇ ਵੱਧ ਤੋਂ ਵੱਧ ਬਿਠਾਵਾਂਗੇ। ਅਸੀਂ ਜਿਹੜੀਆਂ ਸਰਵਿਸਿਜ਼ ਤੁਸੀਂ ਦੇ ਰਹੇ ਹੋ, ULO ਦਾ ਮਿਸ਼ਨ ਕੀ ਹੈਗਾ? ਇਹ ਸਰਵਿਸਿਜ਼ ਕੀ ਲੋਕਾਂ ਨੂੰ ਸਿਰਫ ਲੁਭਾਉਣ ਵਾਸਤੇ ਹੈਗੀਆਂ ਨੇ, ਜਾਂ ਇਸ ਦੇ ਅੱਗੇ ਕੋਈ ਹੋਰ ਤੁਸੀਂ ਕੁਝ ਮਿਸ਼ਨ ਸੋਚ? ਦੇਖੋ, ਇਹ ਮਿਸ਼ਨ ਇਹੀ ਹੈ ਕਿ ਜਿਹੜੀ ਸਾਡੀ ਸੰਸਥਾ ਹੈ ਉਹਦੇ ਵਿੱਚ ਅਸੀਂ ਫੰਡ ਰੇਜ਼ ਕਰਨੇ ਆ। ਠੀਕ ਹੈ, ਅਸੀਂ ਕਹਿੰਦੇ ਹਾਂ ਕਿ ਦੇਖੋ ਤੁਸੀਂ ਫੀਸ ਤਾਂ ਭਰਨੀ ਹੈ, ਠੀਕ ਹੈ, ਚਾਹੇ ਤੁਸੀਂ ਪਹਿਲਾਂ ਭਰ ਰਹੇ ਆ, ਚਾਹੇ ਤੁਸੀਂ ਬਾਅਦ 'ਚ ਭਰ ਰਹੇ ਆ, ਪਰ ਅਸੀਂ ਬਾਅਦ 'ਚ ਵਾਲਾ ਪਲਾਨ ਇਸ ਲਈ ਲੈ ਕੇ ਆਏ ਹਾਂ ਤਾਂ ਕਿ ਲੋਕਾਂ ਨੂੰ, ਆਡੀਅנס ਨੂੰ, ਬੱਚਿਆਂ ਨੂੰ ਸਾਡੀ ਫੈਸਿਲਿਟੀ ਦਾ ਪਤਾ ਲੱਗ ਸਕੇ, ਸਾਡੀ ਕੁਆਲਿਟੀ ਦਾ ਪਤਾ ਲੱਗ ਸਕੇ। ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਅਸੀਂ ਕਿਸ ਤਰੀਕੇ ਦੀ ਪੜ੍ਹਾਈ ਕਰਾ ਪਾਉਂਦੇ ਹਾਂ। ਤਾਂ ਇਹ ਇੱਕ ਇਹੋ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਬੱਚੇ ਸਾਡੀ ਕੁਆਲਿਟੀ ਨੂੰ ਜਾਣ ਪਾਉਂਦੇ ਨੇ, ਇਸ ਕੁਆਲਿਟੀ ਨੂੰ ਐਕਸਪੀਰੀਅੰਸ ਕਰ ਪਾਉਂਦੇ ਨੇ ਕਿ ਅਸੀਂ ਇਦਾਂ ਕਿਉਂ ਕਰ ਰਹੇ ਹਾਂ, ਅਸੀਂ ਇਹ ਕਮਿਟਮੈਂਟ ਕਿਉਂ ਦੇ ਰਹੇ ਹਾਂ। ਕੁਛ ਨਾ ਕੁਛ ਤਾਂ ਸਾਡੇ ਇੰਸਟੀਚਿਊਟ ਦੇ ਵਿੱਚ ਹੋਊਗਾ, ਕੋਈ ਨਾ ਕੋਈ ਤਾਂ ਕੁਆਲਿਟੀ ਟੀਚਰ ਹੋਊਗਾ, ਜਾਂ ਕੋਈ ਨਾ ਕੋਈ ਕੁਆਲਿਟੀ ਸਿਸਟਮ ਹੋਊਗਾ ਜਿਹਦੇ ਵਿੱਚ ਅਸੀਂ ਪੜ੍ਹਾਉਂਦੇ ਹਾਂ, ਜਿਹੜਾ ਉਹਨੂੰ ਦੂਸਰੇ ਇੰਸਟੀਚਿਊਟਸ ਦੇ ਵਿੱਚ ਨਹੀਂ ਮਿਲ ਸਕਦਾ। ਠੀਕ ਹੈ, ਤਾਂ ਕਰਕੇ ਅਸੀਂ ਇਹ ਕਮਿਟ ਕਰਦੇ ਹਾਂ ਜਿਹਦੇ ਨਾਲ ਬੱਚੇ ਨੂੰ ਕੁਆਲਿਟੀ ਮਿਲਦੀ ਹੈ, ਬੱਚਾ ਮਹਿਸੂਸ ਕਰਦਾ ਹੈ, ਪੜ੍ਹਦਾ ਹੈ, ਉਸ ਤੋਂ ਬਾਅਦ ਬੈਂਡ ਸਕੋਰ ਲੈਂਦਾ ਹੈ, ਫਿਰ ਉਸ ਤੋਂ ਬਾਅਦ ਆਪਣੀ ਫੀਸ ਪੇ ਕਰਦਾ। ਬਿਲਕੁਲ ਜੀ, ਬਿਲਕੁਲ। ਸੋ ਤੁਹਾਡੇ ਸਵਾਲ ਜਿਹੜੇ ਨੇ ਅਸੀਂ ਲਵਾਂਗੇ, ਤੁਸੀਂ ਕਾਲਸ ਇਦਾਂ ਹੀ ਕਰ ਸਕਦੇ ਹੋ, ਲੇਕਿਨ ਅੱਜ ਅਸੀਂ ਕਾਲ ਸ਼ੋ ਤੋਂ ਬਾਅਦ ਤੁਹਾਡੀਆਂ ਡਿਸਕਸ ਕਰਾਂਗੇ। ਆਫ ਕੈਮਰਾ ਆਪਾਂ ਚਰਚਾ ਕਰ ਰਹੇ ਸੀ ਚੈਰਿਟੀ ਦੀ। ਚੈਰਿਟੀ ਨਾਲ ਕਿਵੇਂ ਜੋੜਦੇ ਹੋ ਤੁਸੀਂ? ਲੰਗਰ ਦਾ ਵੀ ਹੁਣੇ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਸੋ ਇਹ ਚੀਜ਼ਾਂ ULO ਨਾਲ ਕਿਵੇਂ ਜੁੜੀਆਂ ਹੋਈਆਂ? ਜੀ, ਇਹ ਚੀਜ਼ਾਂ ULO ਨਾਲ ਇਸ ਤਰੀਕੇ ਨਾਲ ਜੁੜੀਆਂ ਹੋਈਆਂ ਕਿ ਜਦੋਂ ਆਪਾਂ ਚੈਰਿਟੀ ਦੀ ਗੱਲ ਕਰਦੇ ਹਾਂ, ਅਸੀਂ ਜਦੋਂ ਫੀਸ ਬੈਨ ਆਉਣ ਤੋਂ ਬਾਅਦ ਲੈਂਦੇ ਹਾਂ, ਜਾਂ ਅਸੀਂ ਆਪਣੀ ਕਾਲਜਿਸ ਵੱਲੋਂ ਸਾਨੂੰ ਕਮਿਸ਼ਨ ਪੇ ਆਊਟਸ ਹੁੰਦੇ ਆ, ਜਾਂ ਉੱਥੋਂ ਸਾਨੂੰ ਕਮਾਈ ਆਉਂਦੀ ਹੈ, ਜਿੰਨੀ ਵੀ ਕਮਾਈ ਸਾਨੂੰ ULO ਐਜੂਕੇਸ਼ਨ ਦੇ ਵਿੱਚ ਆਉਂਦੀ ਹੈ 100% ਅਸੀਂ ਉਹਨੂੰ ਇੱਕ ਫੰਡ ਦੇ ਵਿੱਚ ਕਲੈਕਟ ਕਰਦੇ ਹਾਂ, ਤੇ ਉਹਨਾਂ ਬੱਚਿਆਂ ਉੱਤੇ ਇਨਵੈਸਟ ਕਰਦੇ ਹਾਂ ਜਿਹੜੇ ਗਰੀਬ ਨੇ, ਟੈਲੈਂਟਡ ਨੇ, ਬਿਜ਼ਨਸ ਕਰ ਸਕਦੇ ਨੇ, ਮਿਹਨਤ ਕਰਨਾ ਜਾਣਦੇ ਨੇ, ਤੇ ਅਸੀਂ ਉਹਨਾਂ ਵਿੱਚ ਉਹ ਪੈਸੇ ਨੂੰ ਇਨਵੈਸਟ ਕਰਕੇ ਇਸ ਨੂੰ ਚੈਰਿਟੀ ਦਾ ਰੂਪ ਦਿੰਦੇ ਹਾਂ। ਦੇਖੋ, ਹਰ ਇਨਸਾਨ ਆਪਣੀ ਕਮਾਈ ਕਰਨ ਦਾ ਕਰਕੇ ਇੰਨੇ ਐਫਰਟ ਲਾਉਂਦਾ, ਤਾਂ ਗੱਲ ਨਾ ਥੋੜੀ ਜੀ ਮੰਨਣ ਦੇ ਵਿੱਚ ਜਿਵੇਂ ਨਹੀਂ ਆਉਂਦੀ ਕਿ ਤੁਸੀਂ ਆਪਣੀ ਕਮਾਈ ਨੂੰ, ਸਾਰੀ ਕਮਾਈ ਨੂੰ ਇਨਵੈਸਟ ਕਰ ਦੋਗੇ, ਫਿਰ ਤੁਸੀਂ ਆਪਣਾ ਉਹ ਕਿਵੇਂ ਰਹੇ? ਦੇਖੋ, ਮੇਰਾ ਪਰਸਨਲੀ ਜਿੱਦਾਂ ਤੁਸੀਂ ਮੇਰਾ ਨਾਮ ਅਨਾਉਂਸ ਕੀਤਾ ਦਾ ਸਪੀਕਰ ਸਿੰਘ, ਮੈਂ ਪ੍ਰੋਫੈਸ਼ਨਲ ਮੋਟੀਵੇਸ਼ਨਲ ਸਪੀਕਰ ਬਾਈ ਨੇਮ ਐਂਡ ਬਾਈ ਪ੍ਰੋਫੈਸ਼ਨ ਐਸ ਵੈਲ, ਐਂਡ ਮੈਂ ਬੁੱਕਸ ਵੀ ਲਿਖਦਾ, ਐਮ ਐਨ ਆਥਰ। ਉੱਥੋਂ ਮੈਨੂੰ ਚੰਗੀ ਕਮਾਈ ਆ ਜਾਂਦੀ ਹੈ, ਇੰਨੀ ਕੁ ਕਮਾਈ ਆ ਜਾਂਦੀ ਹੈ ਕਿ ਆਪਾਂ ਕਿਸੇ ਘਰ ਦੇ ਵਿੱਚ ਰਹਿ ਸਕਦੇ ਹਾਂ, ਆਪਾਂ ਚੰਗੀ ਰੋਟੀ ਖਾ ਸਕਦੇ। ਇਸ ਤੋਂ ਵੱਧ ਨਾ ਅਸੀਂ ਕਦੇ ਉਮੀਦ ਕੀਤੀ ਹੈ ਤੇ ਨਾ ਕਰਾਂਗੇ। ਠੀਕ ਹੈ, ਸੋ ਬਹੁਤ ਵਧੀਆ ਸੋਚ ਹੈ ਤੁਹਾਡੀ। ਵੈਸੇ ਇਹ ਸੋਚ ਜਿਹੜੀ ਹੈ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਵੀ ਜਾਏਗੀ, ਔਰ ਇਸੇ ਕਰਕੇ ਅਸੀਂ ਅੱਜ ਤੁਹਾਨੂੰ ਇਸ ਮੰਚ ਦੇ ਉੱਪਰ ਇਨਵਾਈਟ ਕੀਤਾ ਹੈ ਤਾਂ ਕਿ ਤੁਹਾਡੇ ਵਾਂਗੂ, ਜਿੱਦਾਂ ਤੁਸੀਂ ਇੱਕ ਬਹੁਤ ਛੋਟੀ ਉਮਰ ਦੇ 22-23 ਸਾਲ ਦੀ ਉਮਰ 'ਚ ਨਾ ਤੁਸੀਂ ਇਸ ਮਿਆਰ ਦੇ ਉੱਤੇ ਪਹੁੰਚ ਚੁੱਕੇ ਹੋ ਕਿ ਤੁਹਾਨੂੰ ਦੇਖ ਕੇ ਲੋਕੀ ਜਿਹੜੇ ਨੇ ਆਕਰਸ਼ਿਤ ਹੋ ਰਹੇ ਨੇ ਕਿ ਐਸਾ ਕੀ ਖਾਸ ਹੋ ਰਿਹਾ ਹੈਗਾ। ਸੋ ਸਟੂਡੈਂਟਸ ਜਿਹੜੇ ਨੇ, ਹੁਣ ਜਿਹੜੇ ਜ਼ਰੂਰਤਮੰਦ ਵਿਦਿਆਰਥੀ ਸਾਡੇ ਨਾਲ ਜੁੜੇ ਨੇ, ਤੁਸੀਂ ਕਿਹੜੇ ਲੋਕਾਂ ਨੂੰ ਜ਼ਰੂਰਤਮੰਦ ਸਟੂਡੈਂਟ ਸਮਝਦੇ ਹੋ ਔਰ ਉਹਨਾਂ ਦੀ ਕਿੱਦਾਂ ਹੈਲਪ ਕਰ ਸਕਦੇ ਹੋ? ਕਿ ਉਹਨਾਂ ਨੂੰ ਸਕਾਲਰਸ਼ਿਪ ਵਾਲੇ ਕਾਲਜਸ 'ਚ ਭੇਜਣ ਦੇ ਵਿੱਚ ਹੈਲਪ ਕਰੋਗੇ, ਕੋਰਸ ਸਿਲੈਕਸ਼ਨ 'ਚ ਹੈਲਪ ਕਰੋਗੇ, ਜਾਂ ਫਿਰ ਉਹਨਾਂ ਦੀ ਕਿਸੇ ਤਰੀਕੇ ਦੀ ਫੀਸ ਭਰਨ 'ਚ ਵੀ ਹੈਲਪ ਕਰ ਸਕਦੇ ਹੋ, ਜਾਂ ਉਹਨਾਂ ਦੀ ਅੰਬੈਸੀ ਫੀਸ, ਜਾਂ ਕਿਸ ਤਰੀਕੇ ਦੀ ਹੈਲਪ ਹੋ ਜਾਂਦੀ? ਦੇਖੋ, ਜ਼ਰੂਰਤਮੰਦ ਮੈਂ ਅੱਜ ਦੀ ਡੇਟ 'ਚ ਹਰ ਸਟੂਡੈਂਟ ਨੂੰ ਮੰਨਦਾ। ਕਿਉਂ ਹਰ ਸਟੂਡੈਂਟ ਨੂੰ ਮੰਨਦਾ? ਅਗਰ ਕੋਈ ਬੱਚਾ ਆਪਾਂ ਨੂੰ ਟੀਵੀ ਦੇ ਉੱਤੇ ਦੇਖ ਰਿਹਾ ਹੈ ਤੇ ਉਹ ਕਿਸੇ ਕੰਸਲਟੈਂਟ ਕੋਲੇ ਜਾ ਰਿਹਾ ਜਾਂ ਕਿਸੇ ਆਇਲਸ ਇੰਸਟੀਚਿਊਟ ਦੇ ਵਿੱਚ ਜਾ ਰਿਹਾ, ਲੇਕਿਨ ਉਹਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਜਾ ਰਿਹਾ, ਤਾਂ ਉਹ ਜ਼ਰੂਰਤਮੰਦ ਹੈ। ਚਾਹੇ ਉਹਦੇ ਕੋਲ ਪੈਸਾ ਹੈਗਾ, ਚਾਹੇ ਉਹਦੇ ਕੋਲ ਪੈਸਾ ਨਹੀਂ, ਪਰ ਜ਼ਰੂਰਤਮੰਦ ਉਹ ਹੈਗਾ
ਕਿਉਂਕਿ ਉਹਨੂੰ ਗਾਈਡੈਂਸ ਨਹੀਂ ਸਹੀ ਮਿਲ ਰਹੀ। ਤਾਂ ਸਭ ਤੋਂ ਪਹਿਲੀ ਗੱਲ ਚੰਗੀ ਪੜ੍ਹਾਈ, ਜੇ ਆਇਲਸ ਦੀ ਗੱਲ ਕਰੀਏ ਤਾਂ ਚੰਗੀ ਪੜ੍ਹਾਈ ਦੇ ਲਈ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਵਧੀਆ ਤੋਂ ਵਧੀਆ ਪੜ੍ਹਾਈ ਦਿੱਤੀ ਜਾਵੇ। ਉਹ ਬੱਚੇ ਜ਼ਰੂਰਤ ਨੇ ਉਹਦੇ ਵਿੱਚ ਬੱਚਿਆਂ ਦੀ ਹੈਲਪ ਕਰਦੇ ਹਾਂ। ਫਿਰ ਉਸ ਤੋਂ ਬਾਅਦ ਜਦੋਂ ਬੱਚਾ ਆਪਣਾ ਵੀਜ਼ਾ ਲਗਾਉਣਾ ਚਾਹੁੰਦਾ ਹੈ, ਸਾਡੇ ਕੋਲ ਟੋਟਲ 2604 ਯੂਨੀਵਰਸਿਟੀਜ਼ ਨੇ ਜਿਹੜੀਆਂ ਅਸੀਂ ਬੱਚੇ ਨੂੰ ਆਫਰ ਕਰ ਸਕਦੇ ਹਾਂ। ਉਹਨਾਂ ਯੂਨੀਵਰਸਿਟੀਜ਼ ਵਿੱਚ ਬੱਚੇ ਜਾ ਕੇ ਪੜ੍ਹ ਸਕਦੇ ਨੇ। ਆਲ ਓਵਰ ਵਰਲਡ ਮੈਂ ਗੱਲ ਕਰ ਰਿਹਾ, ਕੈਨੇਡਾ ਦੀਆਂ 730 ਪਬਲਿਕ ਯੂਨੀਵਰਸਿਟੀਜ਼ ਐਂਡ ਕਾਲਜਿਸ ਸਾਡੇ ਨਾਲ ਕੰਮ ਕਰ ਰਹੇ ਨੇ, ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ ਸਾਡੇ ਨਾਲ ਕੰਮ ਕਰ ਰਹੇ ਨੇ। ਤਾਂ ਕਿਸੇ ਵੀ ਇਹਨਾਂ ਕਾਲਜਿਸ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ ਸਾਡੇ ਥਰੂ। ਉਹਦੇ ਵਿੱਚ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ। ਕਈ ਵਾਰ ਬੱਚਾ ਜਾਂਦਾ ਕਿਸੇ ਕੰਸਲਟੈਂਟ ਕੋਲ, ਉੱਥੇ ਜਾ ਕੇ ਦੇਖਦਾ ਹੈ ਕਿ ਉਹ ਕਹਿੰਦਾ ਜੀ ਮੇਰੇ ਆਹ ਪ੍ਰੋਫਾਈਲ ਹੈ, ਮੇਰੇ +2 ਚੋਂ ਇੰਨੇ ਨੰਬਰ ਆਏ ਆ, ਮੇਰੇ ਆਹ ਬੈਂਡ ਸਕੋਰ ਹੈ, ਮੈਂ ਦੱਸੋ ਕਿੱਥੇ ਜਾਵਾਂ। ਮੈਂ ਅੰਟਾਰੀਓ ਜਾਣਾ ਚਾਹੁੰਦਾ, ਮੈਂ ਟੋਰਾਂਟੋ ਜਾਣਾ ਚਾਹੁੰਦਾ, ਮੈਨੂੰ ਆਪਸ਼ਨਸ ਦਿੱਤੇ ਜਾਣ। ਤਾਂ ਉੱਥੋਂ ਦਾ ਕੰਸਲਟੈਂਟ ਜਾਂ ਏਜੰਟ ਉਹਨਾਂ ਨੂੰ 5-6 ਆਪਸ਼ਨਸ ਪੇਜ ਤੇ ਲਿਖ ਦਿੰਦਾ ਕਿ ਅਸੀਂ ਆਹ ਤੁਹਾਨੂੰ ਦਵਾਂਗੇ, ਤੁਸੀਂ ਜਾਓ। ਉਹ ਕਿਸੇ ਹੋਰ ਏਜੰਟ ਕੋਲੇ ਜਾਂਦਾ, ਉੱਥੇ ਜਾ ਕੇ ਉਹਨੂੰ ਕੋਈ 4-5 ਆਪਸ਼ਨਸ ਹੋਰ ਮਿਲ ਜਾਂਦੇ ਆ। ਤੀਸਰੇ ਕੋਲੇ ਜਾਂਦਾ, ਆਪਸ਼ਨਸ ਹੋਰ ਮਿਲ ਜਾਂਦੇ ਆ। ਅਸੀਂ ਬਿਲਕੁਲ ਜਿੰਨੇ ਕਿਸੇ ਕੋਲ ਟਾਈ-ਅਪਸ ਨੇ ਉਹਨੇ ਬੰਦਿਆਂ ਕੋਲ ਉਹ ਜਾ ਰਿਹਾ ਤੇ ਉਹਨੇ ਬੰਦੇ ਆਪਣੇ ਕਾਲਜਿਸ ਉਹਨਾਂ ਨੂੰ ਦੱਸ ਰਹੇ ਨੇ। ਹਾਂਜੀ, ਸਾਡੇ ਕੋਲ ਕੈਨੇਡਾ ਦੇ ਜਿੰਨੇ ਵੀ ਸਰਕਾਰੀ ਕਾਲਜ ਨੇ, ਯੂਨੀਵਰਸਿਟੀ ਆਫ ਟੋਰਾਂਟੋ ਤੋਂ ਲੈ ਕੇ ਹਰ ਤਰੀਕੇ ਦਾ ਕਾਲਜ, ਯੂਨੀਵਰਸਿਟੀ ਆਫ ਮੈਨੀਟੋਬਾ ਕਹਿ ਲਓ, ਜਾਂ ਜਿੰਨੀਆਂ ਵੀ ਸਟੇਟ ਯੂਨੀਵਰਸਿਟੀਜ਼ ਨੇ, ਨੈਸ਼ਨਲ ਯੂਨੀਵਰਸਿਟੀਜ਼ ਨੇ, ਪਬਲਿਕ ਯੂਨੀਵਰਸਿਟੀਜ਼ ਨੇ, ਕੱਲਾ ਕਾਲਜ ਸਾਡੇ ਨਾਲ ਡਾਇਰੈਕਟ ਟਾਈ-ਅਪ ਦੇ ਵਿੱਚ ਹੈ। ਉਹ ਸਾਡੇ ਨਾਲ ਕੰਮ ਕਰ ਰਿਹਾ ਹੈ ਤੇ ਅਸੀਂ ਬੱਚੇ ਨੂੰ ਕਿਸੇ ਵੀ ਯੂਨੀਵਰਸਿਟੀ ਵਿੱਚ ਭੇਜ ਸਕਦੇ ਹਾਂ। ਅਸੀਂ ਲਿਸਟ ਬਣਾ ਕੇ ਕਾਗਜ਼ ਦੇ ਉੱਤੇ ਲਿਖ ਕੇ ਨਹੀਂ ਦਿੰਦੇ ਕਿ ਆਹ 5 ਕਾਲਜਾਂ ਜਾਂ ਯੂਨੀਵਰਸਿਟੀਆਂ ਤੁਸੀਂ ਜਾ ਸਕਦੇ ਆ। ਅਸੀਂ ਕਹਿੰਦੇ ਤੁਸੀਂ ਆਪਣੀ ਐਲੀਜੀਬਿਲਟੀ ਦੱਸੋ, ਪਹਿਲਾਂ ਦੇਖਦੇ ਹਾਂ ਕਿਹੜੇ ਕਾਲਜ ਜਾਂ ਕਿਹੜੀ ਯੂਨੀਵਰਸਿਟੀ ਲਈ ਤੁਸੀਂ ਐਲੀਜੀਬਲ ਹੋ। ਫਿਰ ਤੁਹਾਡਾ ਇੰਟਰਸਟ ਕੀ ਹੈ, ਕਿਹੜੀ ਯੂਨੀਵਰਸਿਟੀ ਤੁਸੀਂ ਜਾਣਾ ਚਾਹੁੰਦੇ ਹੋ, ਤੁਹਾਡਾ ਕੋਰਸ ਕਿਹੜਾ ਵਧੀਆ ਰਹੂਗਾ, ਰੈਲੇਵੈਂਟ ਕੋਰਸ ਕਿਹੜਾ ਆ, ਜਾਂ ਤੁਹਾਡਾ ਇੰਟਰਸਟ ਕਿਹੜੇ ਕੋਰਸ ਵਿੱਚ ਆ, ਉਹਨਾਂ ਨੂੰ ਵੈਲੂਏਟ ਕਰਕੇ ਜਿੰਨੇ ਆਪਸ਼ਨ ਸਾਡੇ ਵੱਧ ਤੋਂ ਵੱਧ ਅਸੀਂ ਦੇ ਸਕਦੇ ਹਾਂ ਬੱਚੇ ਨੂੰ ਦਿੰਦੇ ਆ, ਤਾਂ ਕਿ ਬੱਚਾ ਉਹਨਾਂ ਵਿੱਚੋਂ ਸਿਲੈਕਟ ਕਰ ਸਕੇ ਆਪਣੇ ਇੰਟਰਸਟ ਦੇ ਹਿਸਾਬ ਨਾਲ, ਆਪਣੀ ਪ੍ਰੀਵੀਅਸ ਐਜੂਕੇਸ਼ਨ ਦੇ ਹਿਸਾਬ ਨਾਲ, ਆਪਣੇ ਕਰੀਅਰ ਦੇ ਹਿਸਾਬ ਨਾਲ ਉਹਨਾਂ ਚੋਂ ਚੂਜ਼ ਕਰਕੇ ਆਪਣੇ ਕਰੀਅਰ ਨੂੰ ਅੱਗੇ ਲੈ ਕੇ ਜਾ ਸਕੇ। ਬਿਲਕੁਲ, ਮੋਗਾ ਔਰ ਧਰਮਕੋਟ ਦੇ ਵਿੱਚ ਬ੍ਰਾਂਚ ਹੈਗੀ ਹੈ। ਤੁਸੀਂ ਨੇੜੇ ਤੁਹਾਨੂੰ ਜਿਹੜੀ ਵੀ ਬ੍ਰਾਂਚ ਪੈਂਦੀ ਹੈ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਜੇਕਰ ਤੁਸੀਂ ਸਰ ਹੁਣਾਂ ਨਾਲ ਮੁਲਾਕਾਤ ਕਰਨੀ ਹੈ ਤਾਂ ਅਪਾਇੰਟਮੈਂਟ ਲੈ ਕੇ ਜ਼ਰੂਰ ਜਾਏ। ਜਿਸ ਤਰੀਕੇ ਨਾਲ ਹੁਣੇ ਅਸੀਂ ਜ਼ਿਕਰ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ ਕਿ ਜਿਹਦੇ ਕੋਲ ਜਿੰਨੇ ਟਾਈ-ਅਪ ਨੇ ਉਹਨੇ ਤੁਹਾਨੂੰ ਉਹੀ ਸਲਾਹ ਦੇਣੀ ਹੈ। ਬਟ ਜੇਕਰ ਤੁਸੀਂ ਯੂਐਲਓ ਕੋਲ ਆਉਣੇ ਹੋ, ਘੱਟੋ ਘੱਟ ਤੁਹਾਨੂੰ ਇਹ ਤਾਂ ਸੈਟਿਸਫੈਕਸ਼ਨ ਰਹੇਗੀ ਕਿ ਕਮਿਸ਼ਨ ਦਾ ਮਸਲਾ ਨਹੀਂ ਹੈਗਾ ਵੀ ਉਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਜ਼ਿਆਦਾ ਕਮਿਸ਼ਨ ਆਊਗਾ, ਕਿਉਂਕਿ ਜਿਹੜਾ ਵੀ ਕਮਿਸ਼ਨ ਆਉਣਾ ਉਹ ਵੀ ਇਹਨਾਂ ਨੇ ਫੰਡ ਰੇਜ਼ ਕਰ ਦੇਣੇ ਨੇ, ਚੈਰਿਟੀ ਦੇ ਵਿੱਚ ਦੇ ਦੇਣਾ। ਸੋ ਤੁਹਾਨੂੰ ਘੱਟੋ ਘੱਟ ਤੁਹਾਡੇ ਫਿਊਚਰ ਨਾਲ ਸੈਕਰੀਫਾਈਸ ਨਹੀਂ ਹੋਏਗਾ, ਤੁਹਾਨੂੰ ਸਹੀ ਜਿਹੜੀ ਸਲਾਹ ਆ ਉਹ ਦਿੱਤੀ ਜਾਏਗੀ। ਸੋ ਐਲੀਜੀਬਿਲਟੀ ਆਪਣੀ ਜੇਕਰ ਜਾਣਨਾ ਚਾਹੁੰਦੇ ਹੋ, ਸੰਪਰਕ ਤੁਸੀਂ ਸਾਡੇ ਨਾਲ ਕਰ ਸਕਦੇ ਹੋ। ਫਿਲਹਾਲ ਦੇ ਦਿਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਸਟੂਡੈਂਟਸ ਜਿਨ੍ਹਾਂ ਨੇ ਹੁਣ ਜਾਣਾ ਹੈ, ਕੈਨੇਡਾ ਜਾਣਾ ਹੈ, ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਹੈ, ਕਿ ਸਭ ਤੋਂ ਜ਼ਿਆਦਾ ਕਿਹੜੀਆਂ ਚੀਜ਼ਾਂ ਨੇ ਬੱਚੇ ਨੂੰ ਜਿਹੜੀਆਂ ਆਪਣੇ ਮਾਈਂਡ ਦੇ ਵਿੱਚ ਧਿਆਨ ਧਰਨੀਆਂ ਚਾਹੀਦੀਆਂ ਨੇ, ਕਿਉਂਕਿ ਟਾਈਮ ਆ ਗਿਆ ਨਾ, ਹੁਣ ਰਿਜ਼ਲਟ ਵੀ ਆਉਣ ਵਾਲੇ ਨੇ, ਕਈਆਂ ਦੇ ਪੇਪਰ ਚੱਲ ਰਹੇ ਨੇ, ਕਈਆਂ ਦੇ ਹੋਣੇ ਨੇ। ਸੋ ਕਿਹੜੀਆਂ ਚੀਜ਼ਾਂ ਧਿਆਨ 'ਚ ਅੱਜ ਤੋਂ ਧਰ ਲੈਣ ਤਾਂ ਕਿ ਮੈਂ ਕਹਿੰਦੀ ਹਾਂ ਵੀ ਚਲੋ ਯੂਐਲਓ ਕੋਲ ਵੀ ਆਉਂਦੇ ਨੇ ਤਾਂ ਕਿ ਯੂਐਲਓ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਉਹਨਾਂ ਦੀ ਹੈਲਪ ਕਰ ਸਕੇ। ਸਭ ਤੋਂ ਇੰਪੋਰਟੈਂਟ ਚੀਜ਼ ਮਨਦੀਪ, ਉਹਨਾਂ ਬੱਚਿਆਂ ਲਈ ਜਿਹੜੇ ਹੁਣ ਜਾਣ ਵਾਲੇ ਨੇ ਜਾਂ ਜਿਹੜੇ ਤਿਆਰੀ ਕਰ ਰਹੇ ਨੇ, +2 ਦੇ ਐਗਜ਼ਾਮ ਦੇ ਰਹੇ ਨੇ, ਉਹਨਾਂ ਦੀ ਐਲੀਜੀਬਿਲਟੀ ਇੱਕ ਇਹੋ ਜਿਹਾ ਵਰਡ ਹੈ ਬੱਚਿਆਂ ਨੇ ਦਿਮਾਗ ਦੇ ਵਿੱਚ ਬਿਠਾਉਣਾ ਬੜਾ ਜ਼ਰੂਰੀ ਹੈ, ਤਾਂ ਕਿ ਉਹ ਕਿਸੇ ਏਜੰਟ ਦੇ ਉੱਤੇ, ਕਿਸੇ ਕੰਸਲਟੈਂਟ ਦੇ ਉੱਤੇ ਨਿਰਭਰ ਨਾ ਹੋ ਸਕਣ ਕਿ ਉਹ ਮੈਨੂੰ ਕਿਹੜਾ ਕਾਲਜ ਦਿੰਦਾ ਜਾਂ ਉਹ ਮੈਂ ਇਸ ਕੋਰਸ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਬੱਚੇ ਇੱਕ ਏਜੰਟ ਤੋਂ ਕੋਰਸ ਲੈ ਜਾਂਦੇ ਆ, ਫਿਰ ਦੂਸਰੇ ਏਜੰਟ ਕੋਲ ਜਾਂਦੇ ਆ, ਪੁੱਛਦੇ ਆ ਕਿ ਜੀ ਮੈਂ ਇਹਦੇ ਲਈ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਇਹ ਪਾਵਰ ਬੱਚਿਆਂ ਕੋਲ ਖੁਦ ਹੋਣੀ ਚਾਹੀਦੀ ਹੈ। ਹਰ ਕਾਲਜ, ਹਰ ਯੂਨੀਵਰਸਿਟੀ ਜੋ ਸਰਕਾਰੀ ਹੈ ਜਾਂ ਪ੍ਰਾਈਵੇਟ ਵੀ ਅੱਜ ਦੀ ਡੇਟ ਦੇ ਵਿੱਚ, ਉਹਨਾਂ ਦੀ ਖੁਦ ਦੀ ਇੱਕ ਵੈਬਸਾਈਟ ਬਣੀ ਹੁੰਦੀ ਹੈ। ਮੈਂ ਕਹਿੰਦਾ ਕਿ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਵੀ ਕੋਰਸ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਹੈ, ਤੁਸੀਂ ਉੱਥੇ ਦੇਖੋ ਕਿ ਕੀ ਤੁਸੀਂ ਇਸ ਕੋਰਸ ਲਈ ਐਲੀਜੀਬਲ ਹੈਗੇ ਆ, ਕੀ ਇਸ ਕੋਰਸ ਦੀ ਮਿਨੀਮਮ ਪਰਸੈਂਟੇਜ ਕਿੰਨੀ ਚਾਹੀਦੀ ਹੈ, ਵੈਬਸਾਈਟ ਤੇ ਜ਼ਰੂਰ ਲਿਖਿਆ ਹੋਊਗਾ। ਮਿਨੀਮਮ ਬੈਂਡ ਸਕੋਰ ਕਿੰਨੇ ਚਾਹੀਦੇ ਆ, ਵੈਬਸਾਈਟ ਤੇ ਜ਼ਰੂਰ ਲਿਖਿਆ ਹੋਊਗਾ। ਤੁਸੀਂ ਇਹਨਾਂ ਚੀਜ਼ਾਂ ਨੂੰ ਫਿਗਰ ਆਊਟ ਕਰਕੇ ਐਲੀਜੀਬਿਲਟੀ ਨੂੰ ਆਪਣੇ ਦਿਮਾਗ 'ਚ ਰੱਖਣਾ ਹੈ। ਨਾਨ ਐਲੀਜੀਬਲ ਕੋਰਸਿਸ ਵਿੱਚ ਅਪਲਾਈ ਨਹੀਂ ਕਰਨਾ। ਬਹੁਤ ਸਾਰੇ ਸਟੂਡੈਂਟਸ ਏਜੰਟਸ ਦੇ ਪਿੱਛੇ ਲੱਗ ਕੇ ਜਿਹੜੇ ਕੋਰਸ ਰੈਲੇਵੈਂਟ ਹੀ ਨਹੀਂ ਹੈਗੇ, ਜਿਹੜੇ ਕੋਰਸ ਦੇ ਵਿੱਚ ਉਹ ਐਲੀਜੀਬਲ ਹੀ ਨਹੀਂ ਹੈਗੇ, ਉਹਨਾਂ ਵਿੱਚ ਅਪਲਾਈ ਕਰ ਦਿੰਦੇ ਨੇ। ਤਾਂ ਇਹ ਬਹੁਤ ਵੱਡੀ ਗਲਤੀ ਹੋ ਜਾਂਦੀ ਹੈ। ਫਿਰ ਕਹਿੰਦੇ ਸਾਡੇ ਜੀ 7 ਬੈਂਡ ਸੀ, ਸਾਡਾ ਵੀਜ਼ਾ ਰਿਫਿਊਜ਼ ਕਿੱਦਾਂ ਹੋ ਗਿਆ। ਤਾਂ ਉਹ ਦਿੱਕਤਾਂ ਬੱਚਿਆਂ ਨੂੰ ਤਾਂ ਆਉਂਦੀਆਂ ਕਿਉਂਕਿ ਉਹ ਜਿਹੜੇ ਕੋਰਸ ਵਿੱਚ ਐਲੀਜੀਬਲ ਨਹੀਂ ਹੈਗੇ ਉਹਦੇ ਵਿੱਚ ਅਪਲਾਈ ਕਰ ਦਿੰਦੇ ਨੇ। ਤਾਂ ਐਲੀਜੀਬਿਲਟੀ ਇੱਕ ਇਹੋ ਜਿਹਾ ਵਰਡ ਹੈ ਜੋ ਬੱਚੇ ਨੇ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ ਜਦੋਂ ਵੀ ਕਿਸੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਅਪਲਾਈ ਕਰਨਾ ਹੈ। ਬਿਲਕੁਲ ਜੀ। ਸੋ ਆਪਣੀ ਐਲੀਜੀਬਿਲਟੀ ਤੁਸੀਂ ਕਿਸੇ ਵੀ ਤਰੀਕੇ ਨਾਲ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੰਬਰ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੇ ਕਰ ਰਹੇ ਹਾਂ। ਤੁਸੀਂ ਸਵਾਲ ਜਿਹੜੇ ਨੇ ਆਪਣੇ ਸਾਡੇ ਨਾਲ ਪੁੱਛ ਸਕਦੇ ਹੋ। ਖਾਸ ਸ਼ੋ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਵਾਕਿਆ ਦੇ ਵਿੱਚ ਗਾਈਡੈਂਸ ਚਾਹੁੰਦੇ ਨੇ ਆਪਣੇ ਸੁਪਨਿਆਂ ਦੀ ਨਗਰੀ ਵੱਲ ਉਡਾਨ ਭਰਨਾ, ਲੇਕਿਨ ਸਮਝ ਨਹੀਂ ਪਾ ਰਹੇ ਹੈਗੇ ਵੀ ਉਹਨਾਂ ਨੂੰ ਕੀ ਐਫਰਟਸ ਕਰਨੇ ਚਾਹੀਦੇ ਨੇ। ਸੋ ਮੋਗਾ ਔਰ ਧਰਮਕੋਟ ਦੇ ਵਿੱਚ ਬ੍ਰਾਂਚ ਹੈਗੀ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਮਿਸ਼ਨ ਜਿਵੇਂ ਸਰ ਨੇ ਦੱਸਿਆ ਵੀ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨਾ,
ਆਇਲਸ ਅਲੱਗ ਚੀਜ਼ ਹੋ ਗਈ। ਔਰ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ ਦੀ, ਦੋਨੋਂ ਚੀਜ਼ਾਂ ਹੈ ਤਾਂ ਇੱਕੋ ਮਿਆਰ ਦੇ ਵਿੱਚ, ਇੱਕੋ ਲਾਈਨ ਦੇ ਵਿੱਚ ਹੀ ਹੈ, ਲੇਕਿਨ ਇਹਨਾਂ ਦੋਨਾਂ ਚੀਜ਼ਾਂ ਨਾਲ ਰੋਜ਼ਗਾਰ ਕਿਸ ਤਰੀਕੇ ਦਾ ਹੋਰ ਸਟੂਡੈਂਟ ਅੱਗੇ ਗਰੋ ਕਿਵੇਂ ਕਰ ਸਕਦੇ? ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਇਹੀ ਹੈ ਜੀ ਕਿ ਜਦੋਂ ਆਪਾਂ ਕੋਈ ਕੋਰਸ ਸਿਲੈਕਟ ਕਰਦੇ ਆ ਤਾਂ ਬੱਚੇ ਦੇ ਇੰਟਰਸਟ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿ ਉਹ ਬੱਚਾ ਕਿਹੜੇ ਕੋਰਸ ਵਿੱਚ ਇੰਟਰਸਟਿਡ ਹੈ। ਜੇ ਕੋਈ ਬੱਚਾ ਇੰਜੀਨੀਅਰ ਬਣਨਾ ਚਾਹੁੰਦਾ ਕਿ ਆਪਾਂ ਉਹਨੂੰ ਇੰਜੀਨੀਅਰਿੰਗ ਦਾ ਕੋਰਸ ਲੈ ਕੇ ਦੇ ਰਹੇ ਹਾਂ। ਜੇ ਬੱਚਾ ਕੋਈ ਮੈਡੀਕਲ ਫੀਲਡ ਦੇ ਵਿੱਚ ਆਫੀਸਰ ਦਾ ਕੋਰਸ ਕਰਨਾ ਚਾਹੁੰਦਾ ਕਿ ਆਪਾਂ ਉਹਨੂੰ ਮੈਡੀਕਲ ਆਫੀਸਰ ਦਾ ਕੋਰਸ ਲੈ ਕੇ ਦੇ ਰਹੇ ਹਾਂ। ਤਾਂ ਇਹਨਾਂ ਇਸ ਮਿਆਰ ਦੇ ਵਿੱਚ ਜੇ ਤੁਸੀਂ ਕਰੀਅਰ ਦੀ ਗੱਲ ਕਰੋ ਜਾਂ ਪਲੇਸਮੈਂਟ ਦੀ ਗੱਲ ਕਰੋ ਜਾਂ ਰੋਜ਼ਗਾਰ ਦੀ ਗੱਲ ਕਰੋ ਤਾਂ ਵਧੀਆ ਮਿਲੂਗਾ ਜੇ ਤੁਹਾਡਾ ਕੋਰਸ ਚੰਗਾ ਹੋਊਗਾ, ਜੇ ਤੁਹਾਡੀ ਐਲੀਜੀਬਿਲਟੀ 100% ਸਹੀ ਹੋਊਗੀ, ਜੇ ਤੁਹਾਡੀ ਯੂਨੀਵਰਸਿਟੀ ਚੰਗੀ ਹੋਊਗੀ। ਇਹ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਆਪਣੀ ਸਿਲੈਕਟਡ ਫੀਲਡ ਦੇ ਵਿੱਚ ਜਾ ਕੇ ਸਿਲੈਕਟਡ ਇੰਟਰਸਟਿਡ ਫੀਲਡ ਦੇ ਵਿੱਚ ਅਪਲਾਈ ਕਰੋ, ਚੰਗੀ ਪੜ੍ਹਾਈ ਕਰੋ। ਉੱਥੇ ਕੈਨੇਡਾ ਸਿਰਫ ਇਸ ਮਕਸਦ ਲਈ ਨਾ ਜਾਓ ਕਿ ਅਸੀਂ ਕੈਨੇਡਾ ਪਹੁੰਚ ਗਏ, ਬਸ ਪੜ੍ਹਾਈ ਪੂਰੀ ਕਰ ਲਈਏ ਤੇ ਸਾਡੀ PR ਆ ਜਾਊਗੀ, ਅਸੀਂ ਸੈੱਟ ਹੋ ਜਾਾਂਗੇ, ਅਸੀਂ ਉਸੇ ਸਰਕਲ ਦੇ ਵਿੱਚ ਘੁੰਮਦੇ ਰਵਾਂਗੇ। ਆਪਣੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਆਪਾਂ ਚੰਗੀ ਪੜ੍ਹਾਈ ਕਰਕੇ ਉੱਥੇ ਪ੍ਰੋਪਰ ਪੜ੍ਹੀਏ, ਕਾਲਜ ਜਾਈਏ, ਸਟੱਡੀ ਕਰੀਏ, ਅਸਾਈਨਮੈਂਟਸ ਖੁਦ ਬਣਾਈਏ ਤਾਂ ਕਿ ਆਪਣੇ ਚੰਗੇ ਸਕੋਰ ਆ ਸਕਣ ਆਪਣੀ ਪੜ੍ਹਾਈ ਦੇ ਵਿੱਚੋਂ ਤੇ ਆਪਾਂ ਚੰਗਾ ਰੁਜ਼ਗਾਰ ਹਾਸਲ ਬਿਲਕੁਲ। ਐਲੀਜੀਬਿਲਟੀ ਅਗੇਨ ਇੱਕ ਇਹੋ ਜਿਹੀ ਚੀਜ਼ ਹੈ ਜੋ ਤੁਸੀਂ ਧਿਆਨ ਰੱਖਣੀ ਹੈ ਕਿਉਂਕਿ ਕੈਨੇਡਾ ਵਿੱਚ ਬੜਾ ਕਲੀਅਰ ਹੈ ਜੀ। SDS ਨਾਨ SDS ਹੈ। SDS ਵਿੱਚ ਤੁਹਾਨੂੰ 60 'ਚ ਬੈਂਡ ਸਕੋਰ ਚਾਹੀਦੇ ਆ। ਜੇ ਤੁਸੀਂ +2 ਪਾਸ ਆਊਟ ਨਾਨ SDS ਵਿੱਚ 1 ਤੋਂ 5.5 ਆਪਾਂ ਦੇਖ ਸਕਦੇ ਹਾਂ, ਪਰ ਜਿਹਦੇ ਵਿੱਚ ਵੀਜ਼ਾ ਬਹੁਤ ਘੱਟ ਆਉਂਦਾ। ਬਟ ਦੂਸਰੀ ਕੰਟਰੀਜ਼ ਦੇ ਵਿੱਚ ਐਲੀਜੀਬਿਲਟੀ ਬੜੀ ਕਨਫਿਊਜ਼ਿੰਗ ਆ। ਬੱਚਾ ਕਹਿੰਦਾ ਮੇਰੇ ਸਾਰਿਆਂ ਚੋਂ 5.5 ਹੈ, ਕੀ ਮੇਰਾ ਵੀਜ਼ਾ ਆ ਜਾਊਗਾ? ਮੇਰੇ ਇਹ ਚੋਂ ਇੰਨੇ ਸਕੋਰ ਆ, ਕੀ ਮੇਰਾ ਵੀਜ਼ਾ ਆ ਜਾਊਗਾ? ਉੱਥੇ ਤੁਸੀਂ ਚੈੱਕ ਕਰਨੀ ਹੈ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਵੈਬਸਾਈਟ ਕਿ ਉਹ ਕੀ ਕਹਿੰਦੀ ਹੈ, ਉੱਥੇ ਕੀ ਐਲੀਜੀਬਿਲਟੀ ਲਿਖੀ ਹੈ ਉਹਨੂੰ ਚੈੱਕ ਕਰਕੇ ਤੁਸੀਂ ਦੇਖ ਸਕਦੇ ਆ। ULO ਐਜੂਕੇਸ਼ਨ 'ਚ ਅਗਰ ਤੁਸੀਂ ਆ ਕੇ ਅਪਲਾਈ ਕਰਨਾ ਚਾਹੁੰਦੇ ਹੋ, ਕੈਨੇਡਾ, UK, ਆਸਟ੍ਰੇਲੀਆ, ਅਮਰੀਕਾ ਤੇ ਹੋਰ ਜਿੰਨੇ ਵੀ ਦੇਸ਼ ਦੁਨੀਆ 'ਤੇ ਐਗਜ਼ਿਸਟ ਕਰਦੇ ਨੇ, ਅਸੀਂ ਸਾਰਿਆਂ ਨਾਲ ਕੰਮ ਕਰਦੇ ਹਾਂ। 2604 ਪਬਲਿਕ ਯੂਨੀਵਰਸਿਟੀਜ਼ ਐਂਡ ਕਾਲਜਿਸ ਸਾਡੇ ਨਾਲ ਟਾਈ ਅਪ ਦੇ ਵਿੱਚ ਨੇ। ਤੁਸੀਂ ਉਹਨਾਂ ਯੂਨੀਵਰਸਿਟੀਜ਼ ਦੀ ਐਲੀਜੀਬਿਲਟੀ ਜਾਣ ਸਕਦੇ ਹੋ, ਅਪਲਾਈ ਕਰ ਸਕਦੇ ਹੋ ਤੇ ਆਪਣੇ ਵੀਜ਼ਾ ਹਾਸਲ ਕਰ ਸਕਦੇ ਹੋ। ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ULO ਐਜੂਕੇਸ਼ਨ ਵਿੱਚ ਤੁਸੀਂ ਆ ਕੇ ਅਗਰ ਅਪਲਾਈ ਕਰਦੇ ਆ, ਸਾਡੀ ਜਿਹੜੀ ਵੀਜ਼ਾ ਦੀ ਫੀਸ ਹੈ, ਤੁਸੀਂ ਸੁਣਿਆ ਹੋਊਗਾ ਕੋਈ ਕਹਿੰਦਾ ਮੈਂ 20,000 ਰੁਪਈਆ ਲੈਣਾ, ਤੁਸੀਂ ਸੁਣਿਆ ਹੋਊਗਾ ਕੋਈ ਕਹਿੰਦਾ ਮੈਂ 30 ਲੈਣਾ, ਕੋਈ ਕਹਿੰਦਾ ਮੈਂ 50 ਲੈਣਾ, 1-1 ਲੱਖ ਤੱਕ ਵੀ ਫੀਸ ਪਈ ਹੈ। ਜਾਂ ਤੁਸੀਂ ਐਡਵਰਟੀਜ਼ਮੈਂਟ ਦੇਖਦੇ ਹੋਵੋਗੇ, ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ, ਸਾਰੀ ਫੀਸ ਲਵਾਂਗੇ ਵੀਜ਼ਾ ਆਉਣ ਤੋਂ ਬਾਅਦ। ULO ਐਜੂਕੇਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਨਾ ਤਾਂ ਅਸੀਂ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ ਲੈਂਦੇ ਹਾਂ, ਨਾ ਫੀਸ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ। ਅਸੀਂ ਵੀਜ਼ਾ ਦੀ ਫੀਸ ਲੈਂਦੇ ਹੀ ਨਹੀਂ ਕਿਉਂਕਿ ਇਨਫ ਫੰਡਸ ਸਾਨੂੰ ਕਾਲਜ ਜਾਂ ਯੂਨੀਵਰਸਿਟੀਜ਼ ਨੇ ਦੇ ਦੇਣੇ ਹੁੰਦੇ, ਚਾਹੇ ਉਹ ਜ਼ਿਆਦਾ ਦੇਣ ਚਾਹੇ ਛੋਟੇ ਦੇਣ, ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਸਾਨੂੰ ਫਰਕ ਪੈਂਦਾ ਬੱਚੇ ਦਾ ਉੱਥੇ ਪਹੁੰਚਣਾ ਤੇ ਸਹੀ ਤਰੀਕੇ ਨਾਲ ਤੁਹਾਡੇ ਭਵਿੱਖ ਨੂੰ ਉਜਾਗਰ ਕਰਨ ਲਈ, ਤੁਹਾਨੂੰ ਆਪਣੇ ਭਵਿੱਖ ਦੇ ਪ੍ਰਤੀ ਸਹੀ ਗਾਈਡਲਾਈਨ ਦੇਣ ਦਾ ਵਾਸਤੇ ਅੱਜ ਅਸੀਂ ULO ਜਿਹੜਾ ਆਰਗੇਨਾਈਜੇਸ਼ਨ ਆ ਉੱਥੋਂ ਸਰ ਹੋਣਾ ਨੂੰ ਅੱਜ ਅਸੀਂ ਸੱਦਾ ਦਿੱਤਾ ਹੈਗਾ। ਸੋ ਤੁਹਾਡੀਆਂ ਕਾਲਸ ਅਸੀਂ ਨਹੀਂ ਲੈ ਰਹੇ ਹਾਂ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਸਾਡੇ ਸ਼ੋਅ ਤੋਂ ਬਾਅਦ ਤੁਸੀਂ ਕਾਲਸ ਕਰਿਓ, ਤੁਹਾਡੇ ਸਵਾਲਾਂ ਦੇ ਅਸੀਂ ਜਵਾਬ ਦੇਵਾਂਗੇ। ਜਿੱਦਾਂ ਤੁਸੀਂ ਇੰਨੇ ਸਾਰੇ ਮੁਲਕਾਂ ਦੇ ਵਿੱਚ ਡੀਲ ਕਰਦੇ ਹੋ ਹਨਾ, ਔਰ ਤਜਰਬਾ ਬਹੁਤ ਹੈਗਾ, ਤੁਹਾਡੇ ਕੋਲ ਸਟਾਫ ਵੀ ਬਹੁਤ ਹੋਣਾ ਹੈ। ਜਦੋਂ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਤਾਂ ਸਟੂਡੈਂਟ ਦੀ ਜਦੋਂ ਰਿਫਿਊਜ਼ਲ ਆ ਜਾਂਦੀ ਹੈ ਤਾਂ ਉਹਦਾ ਜਿਹੜਾ ਸਿਹਰਾ ਆ ਉਹ ਮੇਨ SOP ਦੇ ਸਿਰ ਤੇ ਬੰਨ ਦਿੰਦੇ ਨੇ ਕਿ ਤੁਹਾਡੀ SOP 'ਚ ਖਰਾਬੀ ਸੀ, ਤੁਸੀਂ ਇਹ ਨਹੀਂ ਕੀਤਾ, ਉਹ ਨਹੀਂ ਕੀਤਾ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕੀ SOP ਇੰਨੀ ਜ਼ਿਆਦਾ ਜ਼ਰੂਰੀ ਹੈ, ਤੇ ਜੇਕਰ ਜ਼ਰੂਰੀ ਹੈ ਤਾਂ ਸਟੂਡੈਂਟ ਨੂੰ ਖੁਦ SOP ਲਿਖਣੀ ਚਾਹੀਦੀ ਹੈ ਜਾਂ ਫਿਰ ਜਿਹਦੇ ਥਰੂ ਆਪਣੀ ਫਾਈਲ ਲਾਂਚ ਕਰ ਰਿਹਾ ਉਹਦੇ ਹੱਥ ਦੇ ਉੱਤੇ ਕਾਗਜ਼ਾਤ? ਜੀ ਦੇਖੋ ਮਨਦੀਪ ਜੀ, ਜਿਹੜੀ SOP ਹੈ ਸਟੇਟਮੈਂਟ ਆਫ ਪਰਪਸ ਕਿਸੇ ਵੀ ਮੁਲਕ ਦੀ, ਇਸ ਨਾਟ ਅ ਨੈਸੈਸਰੀ ਡਾਕੂਮੈਂਟ। ਜੇ ਤੁਹਾਨੂੰ ਮੈਂ ਦਰਸ਼ਕਾਂ ਦੀ ਜਾਣਕਾਰੀ ਇਸ ਦੱਸਦਾ ਕਿ ਇੱਕ ਰਿਕੁਆਇਰਮੈਂਟ ਨਹੀਂ ਹੈਗੀ SOP, ਤੁਸੀਂ ਲਾਉਣਾ ਚਾਹੋ ਤਾਂ ਲਾ ਸਕਦੇ ਆ। ਜੇ ਤੁਸੀਂ ਆਪਣੀ ਵੀਜ਼ੇ ਦੇ ਵਿੱਚ SOP ਨੂੰ ਨਹੀਂ ਵੀ ਅਟੈਚ ਕਰਦੇ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੁੰਦਾ SOP ਦੇ ਬਿਨਾ, ਠੀਕ ਹੈ। SOP ਇੱਕ ਐਡੀਸ਼ਨਲ ਡਾਕੂਮੈਂਟ ਹੈ। ਐਡੀਸ਼ਨਲ ਡਾਕੂਮੈਂਟ ਉਹ SOP ਦਾ ਮਤਲਬ ਹੈ ਕਿ ਪਰਪਸ ਸਟੇਟਮੈਂਟ ਦੇ ਰਿਹਾ ਬੱਚਾ ਕਿ ਮੈਂ ਕਿਸ ਪਰਪਸ ਲਈ ਇਸ ਮੁਲਕ 'ਚ ਜਾ ਰਿਹਾ, ਕਿਸ ਪਰਪਸ ਲਈ ਮੈਂ ਪੜ੍ਹਾਈ ਕਰ ਰਿਹਾ, ਕਿਸ ਪਰਪਸ ਲਈ ਮੈਂ ਇਸੇ ਮੁਲਕ ਨੂੰ ਚੂਜ਼ ਕਰ ਰਿਹਾ। ਤਾਂ ਉਹ ਸਟੇਟਮੈਂਟ ਕੋਈ ਵੀ ਏਜੰਟ ਨਾ ਲਿਖੇ, ਕੋਈ ਵੀ SOP ਮੇਕਰ ਨਾ ਲਿਖੇ, ਉਹ ਬੱਚਾ ਖੁਦ ਲਿਖੇ। ਆਪਣੀ ਇੰਗਲਿਸ਼ ਲੈਂਗੁਏਜ ਦੀ ਜਿੰਨੀ ਉਹਦੇ ਕੋਲ ਕ੍ਰੈਡੀਬਿਲਿਟੀ ਹੈਗੀ ਹੈ, ਜਿੰਨੀ ਕੁ ਨੌਲੇਜ ਹੈਗੀ ਹੈ, ਉਸ ਹਿਸਾਬ ਨਾਲ ਲਿਖੇ ਤਾਂ ਕਿ ਬੱਚਾ ਉਸ ਨੂੰ ਸਹੀ ਤਰੀਕੇ ਨਾਲ ਆਪਣੀ ਸਹੀ ਫੀਲਿੰਗ ਨੂੰ ਅੰਬੈਸੀ ਆਫਿਸਰ ਦੇ ਸਾਹਮਣੇ ਰਿਪਰੈਜ਼ੈਂਟ ਕਰੇ। ਐਕਚੁਅਲ ਦੇ ਵਿੱਚ SOP ਇਜ਼ ਨਾਟ ਅ ਨੈਸੈਸਰੀ ਡਾਕੂਮੈਂਟ, ਪਰ ਅਗਰ ਤੁਸੀਂ ਲਗਾ ਰਹੇ ਹੋ, ਆਪਣੀ ਫਾਈਲ ਨੂੰ ਸਟਰੋਂਗ ਕਰਨ ਵਾਸਤੇ ਲਗਾ ਰਹੇ ਹੋ, ਤਾਂ ਬੱਚੇ ਨੂੰ ਖੁਦ ਲਿਖਣੀ ਚਾਹੀਦੀ ਹੈ ਤਾਂ ਕਿ ਬੱਚੇ ਦਾ ਵੀਜ਼ਾ ਰਿਫਿਊਜ਼ ਨਾ ਹੋਵੇ। ਏਜੰਟ ਕੀ ਕਰਦਾ ਹੈ, ਗੂਗਲ ਤੋਂ SOPs ਚੱਕਦਾ, ਉਹਨੂੰ ਕਾਪੀ ਪੇਸਟ ਕਰਦਾ, ਉੱਥੇ ਬੱਚੇ ਦਾ ਨਾਮ ਐਡਿਟ, ਐਡਰੈਸ ਐਡਿਟ ਕਰਕੇ ਲਿਖ ਦਿੰਦਾ। ਤਾਂ ਪਲੈਗਰਿਜ਼ਮ ਇੱਕ ਇਹੋ ਜਿਹਾ ਵਰਡ ਹੈ ਵਿਚ ਮੀਨਸ ਕਿ ਕੋਈ ਕੰਟੈਂਟ ਦੁਨੀਆ ਦੇ ਉੱਤੇ ਜੇ ਦੂਰੀਵਾਰ ਆ ਰਿਹਾ ਤਾਂ ਉਹ ਪਲੈਗਰਾਈਜ਼ਡ ਕੰਟੈਂਟ ਵੱਜਿਆ ਜਾਂਦਾ। ਤਾਂ ਪਲੈਗਰਿਜ਼ਮ ਨੂੰ ਆਪਾਂ ਅਵੋਇਡ ਕਰਨਾ ਹੈ। ਪਲੈਗਰਿਜ਼ਮ ਨੂੰ ਅਵੋਇਡ ਕਰਨ ਦਾ ਮਤਲਬ ਹੈ ਕਿ ਤੁਹਾਡੀ SOP ਸੇਮ ਨਹੀਂ ਹੋਣੀ ਚਾਹੀਦੀ, ਕਾਪੀ ਪੇਸਟ ਨਹੀਂ ਹੋਣੀ ਚਾਹੀਦੀ।
ਚਾਹੀਦੀ, ਹਰ ਐਸਓਪੀ ਵੱਖਰੀ ਹੋਣੀ ਚਾਹੀਦੀ ਹੈ, ਯੂਨੀਕ ਹੋਣੀ ਚਾਹੀਦੀ ਹੈ। ਬੱਚਾ ਖੁਦ ਉਸ ਐਸਓਪੀ ਨੂੰ ਲਿਖੇ ਤਾਂ ਕਿ ਐਮਬੈਸੀ ਆਫੀਸਰ ਨੂੰ ਪਤਾ ਲੱਗੇ ਕਿ ਇਹ ਜਿਹੜਾ ਨੋਟਿਸ ਹੈ, ਇਹ ਜਿਹੜੀ ਸਟੇਟਮੈਂਟ ਹੈ, ਬੱਚਾ ਖੁਦ ਦੇ ਰਿਹਾ, ਆਪਣੇ ਵੱਲੋਂ ਦੇ ਰਿਹਾ, ਤਾਂ ਕਿ ਉਹਦਾ ਵੀਜ਼ਾ ਕਦੇ ਵੀ ਰਿਫਿਊਜ਼ ਨਾ ਹੋਵੇ। ਨਾਟ ਅ ਨੈਸੈਸਰੀ ਡਾਕੂਮੈਂਟ ਬਟ ਅ ਵੈਰੀ ਇੰਪੋਰਟੈਂਟ ਡਾਕੂਮੈਂਟ ਜੋ ਆਪਾਂ ਅਟੈਚ ਕਰ ਰਹੇ ਹਾਂ। ਠੀਕ ਹੈ। ਸੋ ਐਸਓਪੀ ਜਿਹੜੀ ਹੈ ਹੁਣ ਇਹ ਵੀ ਦਿਮਾਗ ਚੋਂ ਕੱਢ ਦੋ ਗੱਲ ਵੀ ਐਸਓਪੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਅੱਛਾ ਚਲੋ ਜੇ ਆਪਾਂ ਲਿਖ ਵੀ ਰਹੇ ਹਾਂ ਤਾਂ ਖੁਦ ਲਿਖਣੀ ਜ਼ਿਆਦਾ ਵਧੀਆ ਹੈਗੀ ਹੈ। ਮਤਲਬ ਜਿੱਦਾਂ ਤੁਸੀਂ ਗੱਲਾਂ ਚੋਂ, ਤੁਹਾਡੀਆਂ ਗੱਲਾਂ ਚੋਂ ਜੇ ਮੈਂ ਕੱਢਣ ਦੀ ਕੋਸ਼ਿਸ਼ ਕਰਾਂ, ਕੰਸਲਟੈਂਟ ਨੇ ਤਾਂ ਕਾਪੀ ਪੇਸਟ ਵਾਲਾ ਕੰਮ ਹੀ ਕਰਨਾ ਹੈਗਾ। ਘੱਟ ਫੀਸ ਵਾਲੇ ਕਾਲਜਸ ਵੀ ਲੋਕੀ ਬਹੁਤ ਪ੍ਰਮੋਟ ਕਰਦੇ ਨੇ, ਲੋਕੀ ਸਕਾਲਰਸ਼ਿਪ ਨੂੰ ਬਹੁਤ ਪ੍ਰਮੋਟ ਕਰਦੇ ਨੇ। ਇਹਨਾਂ ਦੇ ਪਿੱਛੇ ਦਾ ਅਸਲ ਸੱਚ ਕੀ ਹੁੰਦਾ? ਸਕਾਲਰਸ਼ਿਪਸ ਤਾਂ ਚਲੋ ਇਹ ਹੈ ਜੀ, ਦੇਖੋ ਜਿਹੜਾ ਕਾਲਜ ਤਾਂ ਤੁਹਾਨੂੰ ਦੇ ਰਿਹਾ, ਜੇ ਉਹ ਸਰਕਾਰੀ ਕਾਲਜ ਹੈ ਜਾਂ ਸਰਕਾਰੀ ਯੂਨੀਵਰਸਿਟੀ ਹੈ, ਉਹ ਬੱਚੇ ਦੀ ਐਲੀਜੀਬਿਲਟੀ ਦੇ ਹਿਸਾਬ ਨਾਲ ਦੇ ਰਿਹਾ। ਕੋਈ ਵੀ ਏਜੰਟ, ਕੋਈ ਵੀ ਕੰਸਲਟੈਂਟ ਸਕਾਲਰਸ਼ਿਪ ਪ੍ਰਮੋਟ ਨਹੀਂ ਕਰ ਸਕਦਾ। ਉਹ ਤਾਂ ਕਰੂਗਾ ਜੇ ਬੱਚੇ ਦੀ ਐਲੀਜੀਬਿਲਟੀ ਹੋਗੀ। ਹੁਣ ਜੇ ਆਪਾਂ ਅਲਗੋਮਾ ਯੂਨੀਵਰਸਿਟੀ ਬਰੈਂਪਟਨ ਦੀ ਗੱਲ ਕਰੀਏ, ਸਟੂ ਮੈਰੀ ਦੀ ਗੱਲ ਕਰੀਏ, ਤਾਂ ਉੱਥੇ 7 ਬੈਂਡ ਪਲੱਸ 90% ਹੋਣੇ ਚਾਹੀਦੇ ਤੁਹਾਡੇ ਪਲੱਸ 2 ਵਿੱਚ, ਤੁਹਾਨੂੰ $5000 ਦੀ ਸਕਾਲਰਸ਼ਿਪ ਉੱਥੇ ਲੱਗਦੀ ਹੈ। ਇਹ ਸ਼ੋਰ ਹੈ, ਇਹ ਪਹਿਲਾਂ ਹੀ ਪਤਾ ਆਪਾਂ ਨੂੰ। ਜੇ ਬੱਚੇ ਦੇ 7 ਓਵਰਆਲ ਬੈਂਡ ਆ ਜਾਂਦੇ ਆ ਤੇ ਉਹਦੇ 90% ਅਬਵ ਪਲੱਸ 2 ਚ ਮਾਰਕਸ ਆ, ਤਾਂ ਉਹਨੂੰ ਮਿਲਣੀ ਹੀ ਮਿਲਣੀ ਆ, ਹਰ ਬੱਚੇ ਨੂੰ ਮਿਲਣੀ ਆ ਉਹ। ਠੀਕ ਹੈ, ਤੇ ਇੱਥੇ ਕੰਸਲਟੈਂਟ ਜਾਂ ਏਜੰਟ ਕੋਈ ਵੀ ਪ੍ਰਮੋਟ ਕਰਨ ਵਾਲਾ ਨਹੀਂ ਹੁੰਦਾ। ਕੋਈ ਵੀ ਪਬਲਿਕ ਯੂਨੀਵਰਸਿਟੀ ਜਾਂ ਕਾਲਜ ਜਿਹੜਾ ਆਪਣੇ ਵੱਲੋਂ ਸਕਾਲਰਸ਼ਿਪ ਦੇ ਰਿਹਾ ਹੈ, ਸਿਰਫ ਕੰਸਲਟੈਂਟ ਹੀ ਨਹੀਂ, ਇਹ ਉਸ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੀ ਲਿਖਿਆ ਹੋਊਗਾ, ਇਟਸ ਨਾਟ ਅ ਥਿੰਗ ਟੂ ਪ੍ਰਮੋਟ। ਇਹ ਪ੍ਰਮੋਟ ਕਰਨ ਵਾਲੀ ਚੀਜ਼ ਨਹੀਂ ਹੈ ਕਿ ਸਾਡੇ ਕੋਲੇ ਆਓ ਅਸੀਂ ਸਕਾਲਰਸ਼ਿਪ ਦਿਵਾਵਾਂਗੇ। ਅਸੀਂ ਕਹਾਂਗੇ ਜੋ ਤੁਹਾਡੀ ਐਲੀਜੀਬਿਲਟੀ ਹੋਊਗੀ, ਅਗਰ ਤੁਸੀਂ ਉਹਦੇ ਹੱਕਦਾਰ ਹੋਏ ਤਾਂ ਤੁਹਾਨੂੰ ਸਕਾਲਰਸ਼ਿਪ ਮਿਲੂਗੀ। ਠੀਕ ਹੈ, ਮਤਲਬ ਸਕਾਲਰਸ਼ਿਪ ਕਹਿ ਕੇ ਲੁਭਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਲੁਭਾਉਣ ਸਿਰਫ ਉਹ ਲੁਭਾਵਨਾ ਹੀ ਹੈਗਾ, ਉਹ ਤੁਹਾਨੂੰ ਸਕਾਲਰਸ਼ਿਪ ਮਿਲ ਨਹੀਂ ਜਾਣੀ। ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ, ਸਕਾਲਰਸ਼ਿਪ ਤੁਹਾਨੂੰ ਤਾਂ ਹੀ ਮਿਲੇਗੀ। ਪ੍ਰਾਈਵੇਟ ਕਾਲਜਸ 'ਚ ਸਟੂਡੈਂਟਸ ਨੂੰ ਨਹੀਂ ਜਾਣਾ ਚਾਹੀਦਾ। ਜਾਂ ਫਿਰ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਉੱਥੇ ਜਿਵੇਂ ਅਸੈਸਮੈਂਟ ਲੈਵਲ 1 ਔਰ 2 ਦੇ 3 ਦੇ ਕਾਲਜਸ ਹੈਗੇ ਨੇ, ਸੋ ਵਾਕਿਆ ਉਹਨਾਂ ਦਾ ਵੀ ਇੰਨਾ ਜ਼ਿਆਦਾ ਫਰਕ ਹੈਗਾ ਵੀਜ਼ਾ ਸਕਸੈਸ ਰੇਟ? ਨਹੀਂ, ਬਿਲਕੁਲ। ਵੀਜ਼ਾ ਸਕਸੈਸ ਰੇਟ ਤਾਂ ਦੇਖੋ ਜੀ, ਜੋ ਉਹਨਾਂ ਨੇ ਐਲੀਜੀਬਿਲਟੀ ਬਣਾ ਰੱਖੀ ਹੈ ਐਮਬੈਸੀ ਨੇ, ਉਸ ਐਲੀਜੀਬਿਲਟੀ ਨੂੰ ਪੂਰਾ ਕਰਨਾ ਪੈਣਾ। ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਜਿਹੜਾ ਐਮਬੈਸੀ ਆਫਿਸਰ ਵੀਜ਼ਾ ਦੇ ਰਿਹਾ ਹੈ ਜਾਂ ਕੋਈ ਆਟੋਮੈਟਿਕ ਸਿਸਟਮ ਵੀਜ਼ਾ ਦੇ ਰਿਹਾ ਹੈ, ਉਹ ਵੀਜ਼ਾ ਤਾਂ ਉਹ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ ਸੈਟੀਸਫਾਈ ਹੋ ਰਿਹਾ ਕਿ ਨਹੀਂ ਹੋ ਰਿਹਾ। ਹੁਣ ਉਹਨੂੰ ਸੈਟੀਸਫਾਈ ਕਰਨ ਲਈ ਕੀ ਚਾਹੀਦਾ? ਉਹਨੂੰ ਸੈਟੀਸਫਾਈ ਕਰਨ ਲਈ ਅਗੇਨ ਇੱਕੋ ਵਰਡ ਆ, ਦੈਟ ਇਜ਼ ਐਲੀਜੀਬਿਲਟੀ। ਉਸ ਐਲੀਜੀਬਿਲਟੀ ਨੂੰ ਪੂਰਾ ਕਰੋ। ਅਗਰ ਉਹ ਕਾਲਜ ਅਪਲਾਈ ਕਰ ਰਹੇ ਹੋ ਤੇ ਇੰਨੇ ਬੈਂਡ ਸਕੋਰ ਚਾਹੀਦੇ। ਸੌਰੀ ਟੂ ਇੰਟਰਪਟ ਯੂ, ਐਲੀਜੀਬਿਲਟੀ ਤਾਂ ਹਰ ਇੱਕ ਸਟੂਡੈਂਟ ਮੀਟ ਕਰ ਰਿਹਾ ਹੈ ਨਾ। ਜੋ ਅੱਜ ਦਾ ਜੋ ਐਲੀਜੀਬਿਲਟੀ ਹੈ, ਚਾਹੇ ਕੈਨੇਡਾ ਚਲ ਜਾਓ, ਚਾਹੇ ਆਸਟ੍ਰੇਲੀਆ ਚਲ ਜਾਓ, ਕਰੀਬ ਜੇ ਮੈਂ ਕਹਿੰਦੀ ਹਾਂ 1000 ਬੱਚਾ ਹੈ ਤਾਂ 1000 ਦੇ ਵਿੱਚੋਂ ਜ਼ਿਆਦਾ ਨਹੀਂ ਤਾਂ 500 ਬੱਚਾ ਤਾਂ ਐਲੀਜੀਬਿਲਟੀ ਨੂੰ ਕੰਪਲੀਟ ਕਰ ਲਿਆ। ਲੇਕਿਨ ਜੇ ਯੂਨੀਵਰਸਿਟੀ ਕੋਲ ਸੀਟਾਂ ਹੀ ਉੱਥੇ 60 ਨੇ ਤਾਂ ਉਹ 500 ਚੋਂ 60 ਨੂੰ ਫਿਰ ਕਿਵੇਂ ਚੋਣ ਹੋਈ? ਦੇਖੋ, ਅਗਰ ਯੂਨੀਵਰਸਿਟੀ ਕੋਲ ਸਿਰਫ 60 ਸੀਟਾਂ ਹੋਣਗੀਆਂ 500 ਦੇ ਵਿੱਚੋਂ, ਤਾਂ ਉਹ ਯੂਨੀਵਰਸਿਟੀ ਸਪੈਸੀਫਿਕਲੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਉਹਨਾਂ 60 ਬੱਚਿਆਂ ਨੂੰ ਹੀ ਆਫਰ ਲੈਟਰ ਦੇਗਾ, ਉਹਨਾਂ 60 ਬੱਚਿਆਂ ਨੂੰ ਹੀ ਐਡਮਿਸ਼ਨ ਦੇਗਾ। ਉਸ ਤੋਂ ਵੱਧ ਉਸ ਯੂਨੀਵਰਸਿਟੀ ਨੇ ਕਿਸੇ ਬੱਚੇ ਨੂੰ ਵੀ ਐਡਮਿਸ਼ਨ ਨਹੀਂ ਦੇਣੀ। ਠੀਕ ਹੈ, ਅਗਰ ਫੋਰ ਐਗਜ਼ਾਮਪਲ ਮੈਂ ਖੁਦ ਦਾ ਕਾਲਜ ਰਨ ਕਰਦਾ, ਮੈਂ ਉੱਥੋਂ ਦਾ ਚਾਂਸਲਰ ਹਾਂ ਤੇ ਮੇਰੇ ਕੋਲ 500 ਐਪਲੀਕੇਸ਼ਨ ਆਈ ਹੈ, ਮਤਲਬ ਜਿਨ੍ਹਾਂ ਨੇ ਪਹਿਲਾਂ ਐਪਲੀਕੇਸ਼ਨ ਅਪਲਾਈ ਕੀਤੀ ਹੈ ਉਹਨਾਂ ਨੂੰ, ਜਿਨ੍ਹਾਂ ਨੇ ਪਹਿਲਾਂ ਕੀਤੀ ਹੈ ਜਾਂ ਜਿਹੜੇ ਜ਼ਿਆਦਾ ਵਧੀਆ ਤਰੀਕੇ ਨਾਲ ਐਲੀਜੀਬਲ ਨੇ, ਉਹਨਾਂ ਨੂੰ ਐਡਮਿਸ਼ਨ ਮਿਲੂਗੀ। ਆਫਰ ਲੈਟਰ ਆਊਗੀ ਤਾਂ ਤੁਸੀਂ ਫੀਸ ਪੇ ਕਰੋਗੇ, ਫੀਸ ਪੇ ਕਰੋਗੇ ਤਾਂ ਤੁਹਾਡੀ ਐਲਓਏ ਆਊਗੀ, ਐਲਓਏ ਆਉਣ ਤੋਂ ਬਾਅਦ ਤਾਂ ਹੀ ਤੁਹਾਡਾ ਵੀਜ਼ਾ ਲੱਗਣਾ। ਠੀਕ ਹੈ, ਬਿਲਕੁਲ ਜੀ। ਸੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਤੇ ਮੋਗਾ ਤੇ ਧਰਮਕੋਟ ਦੇ ਵਿੱਚ ਬ੍ਰਾਂਚ ਹੈਗੀ ਆ, ਤੁਸੀਂ ਵਿਜ਼ਿਟ ਕਰ ਸਕਦੇ ਹੈਗੇ ਹੋ। ਸੋ ਥੋੜੀ ਦੇਰ ਤੱਕ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਲਵਾਂਗੇ ਤੇ ਸੁਨੇਹਾ ਕੀ ਸਾਂਝਾ ਕਰੋਗੇ ਸਾਡੇ ਦਰਸ਼ਕ? ਠੀਕ ਹੈ ਜੀ, ਸੁਨੇਹਾ ਜੀ ਦਰਸ਼ਕਾਂ ਨੂੰ ਇਹੀ ਹੈ ਕਿ ਜਦੋਂ ਤੁਸੀਂ ਆਪਣੀ ਐਜੂਕੇਸ਼ਨ ਦੀ ਗੱਲ ਕਰਦੇ ਹੋ, ਆਪਣੇ ਕੈਰੀਅਰ ਦੀ ਗੱਲ ਕਰਦੇ ਹੋ, ਮਾਂ-ਬਾਪ ਨੂੰ ਬਹੁਤ ਜ਼ਰੂਰੀ ਸੁਨੇਹਾ ਕਿ ਆਪਣੇ ਬੱਚਿਆਂ ਦੀ ਗੱਲ ਨੂੰ ਸੁਣਨਾ ਸਟਾਰਟ ਕਰੋ। ਆਪਣੇ ਬੱਚਿਆਂ ਨੂੰ ਸੁਣੋ, ਸਮਝੋ ਤੇ ਆਪਣੇ ਬੱਚਿਆਂ ਦੀ ਗੱਲ ਤੇ ਵਿਚਾਰ ਕਰੋ ਤਾਂ ਕਿ ਤੁਹਾਡੇ ਬੱਚੇ ਜ਼ਿੰਦਗੀ 'ਚ ਨਾ ਕਾਮਯਾਬ ਨਾ ਹੋਣ। ਤੁਸੀਂ ਸੁਣੋਗੇ, ਵਿਚਾਰੋਗੇ, ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੋਗੇ, ਤੁਹਾਡੇ ਬੱਚੇ ਜ਼ਿੰਦਗੀ 'ਚ ਅੱਗੇ ਵਧਣਗੇ। ਮੇਰੇ ਮਾਂ-ਬਾਪ ਮੇਰੀ ਗੱਲ ਸੁਣੀ, ਉਹਨਾਂ ਨੇ ਮੈਨੂੰ ਅੱਗੇ ਵਧਾਇਆ ਤਾਂ ਕਿ ਮੈਂ ਅੱਜ ਤੁਹਾਡੇ ਸਾਹਮਣੇ ਬੈਠ ਕੇ ਗੱਲ ਕਰ ਰਿਹਾ। ਤੁਸੀਂ ਆਪਣੇ ਬੱਚਿਆਂ ਦੀ ਗੱਲ ਨੂੰ ਸੁਣਨਾ ਸਟਾਰਟ ਕਰੋਗੇ। ਵਿਚਾਰਨ ਨੂੰ ਕਹਿ ਰਹੇ ਹਾਂ, ਸੁਣ ਕੇ ਮੰਨਣ ਨੂੰ ਨਹੀਂ ਕਹਿ ਰਿਹਾ, ਸਿਰਫ ਵਿਚਾਰਨ ਨੂੰ ਕਹਿ ਰਿਹਾ। ਤੁਸੀਂ ਵਿਚਾਰੋਗੇ, ਵਿਚਾਰ ਤੁਹਾਡੇ ਬੱਚੇ ਨੂੰ ਅੱਗੇ ਲੈ ਜਾਊਗਾ। ਤਾਂ ਵਿਚਾਰਨਾ ਸਟਾਰਟ ਕਰੋ। ਬੱਚਿਆਂ ਨੂੰ ਕਹਿਣਾ ਚਾਹੂੰਗਾ, ਆਪਣੇ ਉੱਤੇ ਮਿਹਨਤ ਕਰਨਾ ਸਟਾਰਟ ਕਰੋ। ਤੁਹਾਡਾ ਇੱਕ ਇੱਕ ਪਲ ਜਾ ਰਿਹਾ, ਤੁਹਾਡਾ ਇੱਕ ਇੱਕ ਸਕਿੰਟ ਖਤਮ ਹੁੰਦਾ ਜਾ ਰਿਹਾ ਤੇ ਆਪਣੇ ਟਾਈਮ ਨੂੰ ਸੇਵ ਕਰੋ। ਸਮਾਂ ਬੀਤ ਗਿਆ, ਕਦੇ ਵਾਪਸ ਨਹੀਂ ਮੁੜਦਾ, ਤਾਂ ਆਪਣੇ ਸਮੇਂ ਨੂੰ ਯੂਟਿਲਾਈਜ਼ ਕਰਨਾ ਸਟਾਰਟ ਕਰੋ ਤੇ ਆਪਣੀ ਜ਼ਿੰਦਗੀ ਬਣਾਓ। ਬਿਲਕੁਲ ਜੀ। ਸੋ ਵੇਲਾ ਹੱਥੋਂ ਜਦੋਂ ਖੁੰਝ ਜਾਂਦਾ ਤਾਂ ਫਿਰ ਪਛਤਾਉਣਾ ਹੀ ਪੈਂਦਾ। ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਦੇ ਜੀ, ਬਿਲਕੁਲ। ਆਨਲਾਈਨ ਕਲਾਸਿਸ ਵੀ ਆਪਣੀਆਂ ਹੁੰਦੀਆਂ, ਆਨਲਾਈਨ ਆਫਲਾਈਨ ਦੋਨੋਂ ਮੋਡਸ ਦੇ ਵਿੱਚ ਆਪਾਂ ਪੜਾਉਂਦੇ ਆ ਮੋਗਾ ਤੇ ਧਰਮਕੋਟ ਦੇ ਵਿੱਚ। ਈਵਨਿੰਗ ਬੈਚਸ ਵੀ ਹੁੰਦੇ ਨੇ ਆਪਣੇ ਕੋਲੇ, ਮਾਰਨਿੰਗ ਬੈਚਸ ਵੀ ਹੁੰਦੇ ਨੇ। ਤਾਂ ਤੁਸੀਂ ਕਿਸੇ ਵੀ ਬੈਚ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ। ਬਿਲਕੁਲ ਜੀ। ਸਾਡੇ ਬਹੁਤ ਸਾਰੇ ਐਸੇ ਦਰਸ਼ਕ ਹੋਣਗੇ ਜਿਹੜੇ ਪ੍ਰੋਗਰਾਮ ਦੀ
ਅੱਧ ਦੇ ਵਿੱਚ ਵੀ ਸਾਡੇ ਨਾਲ ਜੁੜੇ ਹੋਣਗੇ। ਸੋ ਖਾਸ ਜਿਹੜੀ USP ਹੈਗੀ ਹੈ ULO ਦੀ, ਉਹਦੇ ਬਾਰੇ ਫਿਰ ਤੋਂ ਇੱਕ ਵਾਰੀ ਡਿਟੇਲ 'ਚ ਤੁਹਾਡੇ ਤੋਂ ਜੋ ਖਾਸ USP ਹੈ ਜੀ, ਦੋ ਚੀਜ਼ਾਂ ਹੈ। ਆਇਲਸ ਤੇ ਇਮੀਗ੍ਰੇਸ਼ਨ ਦੇ ਵਿੱਚ ਅਸੀਂ ULO ਐਜੂਕੇਸ਼ਨ ਵਿੱਚ ਸਰਵਿਸਿਜ਼ ਦਿੰਨੇ ਆ। ਪਹਿਲੀ ਸਰਵਿਸ ਆਇਲਸ ਦੀ ਜੇ ਗੱਲ ਕਰੀਏ ਤਾਂ ਸਾਰੀ ਫੀਸ ਅਸੀਂ ਲੈਨੇ ਆ ਬੈਂਡ ਆਉਣ ਤੋਂ ਬਾਅਦ। ਜਦੋਂ ਬੱਚੇ ਦੇ ਹੱਥ ਦੇ ਵਿੱਚ ਬੈਂਡ ਸਕੋਰ ਆ ਜਾਂਦੇ ਨੇ, ਅਸੀਂ ਉਦੋਂ ਆਪਣੀ ਕੋਚਿੰਗ ਦੀ ਫੀਸ ਲੈਨੇ। ਉਸ ਤੋਂ ਪਹਿਲਾਂ ਅਸੀਂ ਕੋਈ ਵੀ ਕੋਚਿੰਗ ਦੀ ਫੀਸ ਨਹੀਂ ਲੈਂਦੇ, ਕੋਈ ਵੀ ਐਡਮਿਸ਼ਨ ਫੀਸ ਅਸੀਂ ਨਹੀਂ ਲੈਂਦੇ। ਇਮੀਗ੍ਰੇਸ਼ਨ ਦੀ ਗੱਲ ਕਰਾਂ, ਸਟੂਡੈਂਟ ਵੀਜ਼ਾ ਦੀ ਗੱਲ ਕਰਾਂ, ਕਈ ਏਜੰਟ ਕਹਿੰਦੇ ਆ 20,000 ਰੁਪਈਆ ਕੰਸਲਟੈਂਸੀ ਫੀਸ ਲਵਾਂਗੇ, ਕਈ ਕਹਿੰਦੇ ਫੀਸ ਵੀਜ਼ਾ ਲੱਗਣ ਤੋਂ ਬਾਅਦ। ਉਹਦੇ ਵਿੱਚ ULO ਐਜੂਕੇਸ਼ਨ ਨਾ ਤਾਂ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਂਦਾ ਹੈ। ਬਿਲਕੁਲ ਫ੍ਰੀ ਆਫ ਕਾਸਟ ਤੁਹਾਡਾ ਇਮੀਗ੍ਰੇਸ਼ਨ ਦਾ ਕੰਮ ਕਰਕੇ ਦਿੱਤਾ ਜਾਂਦਾ ਹੈ ਤੇ ਤੁਹਾਨੂੰ ਸਹੀ ਰਾਹ ਪਾਇਆ ਜਾਂਦਾ ਹੈ, ਸਹੀ ਗਾਈਡੈਂਸ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਜਾਣਕਾਰੀ ਸਾਂਝੀ ਕਰਨ ਲਈ ਸਮਾਂ ਦੇਣ ਲਈ ਜੋ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੋਂ ਹਾਜ਼ਰ ਹੋਵਾਂਗੇ ਖਾਸ ਮਹਿਮਾਨ ਦੇ ਨਾਲ, ਖਾਸ ਤੁਹਾਡੇ ਸਵਾਲ ਲਵਾਂਗੇ। ਰੱਖੋ ਧਿਆਨ। ਧੰਨਵਾਦ। ਸਤਿ ਸ਼੍ਰੀ ਅਕਾਲ।